ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸਨ 2024 ਦੀਆਂ ਇਲੈਕਸ਼ਨਸ ਜੋ ਅਮਰੀਕਾ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਆਮ ਜਨਤਾ ਇਹ ਰਾਏ ਰੱਖਦੀ ਹੈ ਕਿ ਇਹ ਇੱਕ ਰਾਸ਼ਟਰੀ ਐਮਰਜੈਂਸੀ ਹੋ ਸਕਦੀ ਹੈ ਜਦੋਂ ਤੱਕ ਅਸੀਂ ਆਪਣੇ ਲੋਕਤੰਤਰ ਦੇ ਵਿੱਚ ਸੁਧਾਰ ਨਹੀਂ ਕਰਦੇ, ਕਿਉਂਕਿ ਜੋ ਪੋਲੀਟੀਕਲ ਐਂਡ ਇਕਨੋਮਿਕਲ ਐਂਡ ਸੋਸ਼ਲ ਸਾਇੰਟਿਸਟ ਬੈਠੇ ਨੇ ਅਮਰੀਕਾ ਦੀ ਧਰਤੀ ਦੇ ਉੱਤੇ, ਉਹ ਕਹਿੰਦੇ ਨੇ ਕਿ ਸਾਡਾ ਸੰਵਿਧਾਨ ਜੋ US ਦਾ ਸਭ ਤੋਂ ਪੁਰਾਣਾ ਸੰਵਿਧਾਨ, ਦੁਨੀਆ ਦਾ ਸਭ ਤੋਂ ਪੁਰਾਣਾ ਸੰਵਿਧਾਨ ਲਿਖਤ ਰੂਪ ਦੇ ਵਿੱਚ, ਰਿਟਨ ਫਾਰਮ ਦੇ ਵਿੱਚ ਮੌਜੂਦ ਹੈ ਉਦੋਂ ਤੋਂ ਜਦੋਂ ਹਜੇ ਲੋਕਤੰਤਰ ਯਾਨੀ ਡੈਮੋਕ੍ਰੇਸੀ ਦੀ ਜੋ ਕਨਸੈਪਟ ਦੀ ਪਰਿਭਾਸ਼ਾ ਹੈ ਉਹ ਇੰਨੀ ਹਜੇ ਮੈਚਿਓਰ ਨਹੀਂ ਹੋਈ ਸੀ, ਹਜੇ ਉਹ ਸ਼ੁਰੂਆਤ ਵੀ ਨਹੀਂ ਹੋਈ ਸੀ ਪੂਰੀ ਦੁਨੀਆ ਦੇ ਵਿੱਚ। ਜਿਵੇਂ ਅੱਜ ਦੇ ਦਿਨ ਦੇ ਵਿੱਚ ਹਰ ਥਾਂ ਦੇ ਉੱਤੇ ਡੈਮੋਕ੍ਰੇਸੀ ਦੀ ਅਸੀਂ ਗੱਲ ਕਰਦੇ ਹਾਂ। ਇਸ ਕਰਕੇ ਸੰਵਿਧਾਨ ਦੇ ਅੰਦਰ ਚੇਂਜ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਇਹ ਵੀ ਡਿਬੇਟ ਦਾ ਵਿਸ਼ਾ ਬਣਿਆ ਹੋਇਆ ਹੈ। ਨਾਲ ਕਈ ਸੰਸਥਾਵਾਂ ਐਸੀਆਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਕੰਮ ਕਰਦੀਆਂ ਪਈਆਂ ਨੇ ਗੌਰਮੈਂਟ ਵੱਲੋਂ, ਜੋ ਹੋਣੀਆਂ ਚਾਹੀਦੀਆਂ ਨੇ ਜਾਂ ਨਹੀਂ ਹੋਣੀਆਂ ਚਾਹੀਦੀਆਂ, ਜਾਂ ਫਿਰ ਉਹਨਾਂ ਦੇ ਵਿੱਚ ਕਿਹੜੇ ਬਦਲਾਅ ਹੋਣੇ ਚਾਹੀਦੇ ਨੇ। ਇਹ ਡਿਬੇਟਸ ਬਣੀਆਂ ਹੋਈਆਂ ਨੇ ਔਰ ਜੋ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਦੌੜ ਦੇ ਵਿੱਚ ਸ਼ਾਮਿਲ ਨੇ, ਉਹ ਇਸੇ ਡਿਬੇਟ ਨੂੰ ਲੈ ਕੇ ਚੱਲ ਰਹੇ ਨੇ। ਇੱਥੋਂ ਤੱਕ ਵੀ ਬਿਆਨ ਦੇ ਚੁੱਕੇ ਨੇ ਕਿ ਮੈਂ ਫੈਡਰਲ ਦੀਆਂ 75% ਜਿਹੜੀਆਂ EMPLOYEES ਦੀਆਂ ਨੌਕਰੀਆਂ ਨੇ ਉਹਨਾਂ ਦੇ ਵਿੱਚ ਛਟਨੀ ਕਰਾਂਗਾ। ਇਹ ਸਾਰੀਆਂ ਬਹਿਸ ਦੀਆਂ ਗੱਲਾਂ ਨਾਲ ਰਿਸ਼ੀ ਸੁਨਕ ਇੱਧਰ ਬੈਠੇ ਜੋ ਬ੍ਰਿਟੇਨ ਦੇ ਵਿੱਚ, ਉਹ ਵੀ ਸਾਡੇ ਭਾਰਤੀ ਮੂਲ ਦੇ ਨੇ, ਉਹ ਵੀ ਕੁਝ ਅਜਿਹੀਆਂ ਗੱਲਾਂ ਕਰਦੇ ਨੇ ਕਿ ਜੋ ਪੁਰਾਣੀਆਂ ਵਸਤੂਆਂ ਨੇ ਉਹਨਾਂ ਦੀ ਥਾਂ ਤੇ ਨਵੀਆਂ ਵਸਤੂਆਂ ਆਉਣੀਆਂ ਚਾਹੀਦੀਆਂ ਨੇ ਅੱਜ ਦੇ ਕਨਸੈਪਟ ਦੇ ਮੁਤਾਬਿਕ, ਅੱਜ ਦੀ ਸੋਚ ਦੇ ਮੁਤਾਬਿਕ। ਔਰ ਇੱਧਰ ਭਾਰਤ ਇਹ ਵੀ ਇੱਦਾਂ ਦੀ ਹੀ ਗੱਲ ਕਰ ਰਹੇ ਨੇ ਕਿ ਸਾਡੀ ਚੇਂਜ ਕੀ ਚਾਹੀਦੀ ਹੈ ਸੰਵਿਧਾਨ ਦੇ ਵਿੱਚ, ਉਸ ਦੇ ਲਈ ਬਹਿਸ ਹੋ ਰਹੀ ਹੈ। ਇੱਕ ਜਿਹੜਾ ਸਪੈਸ਼ਲ ਸੈਸ਼ਨ ਚੱਲਦਾ ਪਿਆ ਹੈ ਭਾਰਤ ਦੇ ਵਿੱਚ, ਨਾ ਕੀ ਹੋਣਾ ਚਾਹੀਦਾ ਇੰਡੀਆ ਜਾਂ ਭਾਰਤ, ਵਨ ਨੇਸ਼ਨ ਵਨ ਇਲੈਕਸ਼ਨ ਦੀ ਥਿਊਰੀ ਦੇ ਉੱਤੇ ਵੀ ਕੰਮ ਹੋ ਰਿਹਾ। ਸੋ ਇੱਧਰ ਵੀ ਉਹੀ ਗੱਲ ਹੈ, ਕਿਉਂਕਿ ਸਾਰੇ ਐਕਸਪਰਟਸ ਮੰਨਦੇ ਨੇ ਕਿ ਦੁਨੀਆ ਦੇ ਵਿੱਚ ਕਿਤੇ ਵੀ ਡੈਮੋਕ੍ਰੇਸੀ ਆਪਣੀ ਰੀਅਲ ਫਾਰਮ ਦੇ ਵਿੱਚ ਕੰਮ ਨਹੀਂ ਕਰ ਰਹੀ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿੱਥੇ ਜਿੱਥੇ ਜਿਹੜੇ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਬਦਲਾਅ ਦੀ ਜ਼ਰੂਰਤ ਹੈ ਉਹ ਕੀਤਾ ਜਾਵੇ, ਤਾਂ ਕਿ ਦੁਨੀਆ ਨੂੰ ਹੋਰ ਨੇੜੇ ਲਿਆਂਦਾ ਜਾਵੇ। ਜਿਹੜੀਆਂ ਕਦਰਾਂ ਕੀਮਤਾਂ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਨੇ ਉਹ ਕਾਮਨ ਹੋ ਜਾਣ, ਇੱਕੋ ਪਲੇਟਫਾਰਮ ਤੇ ਆ ਜਾਣ, ਤੇ ਅਸੀਂ ਤਾਂ ਹੀ ਕਵਾਂਗੇ ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਸੋ ਇਹ ਸਾਰੀਆਂ ਡਿਸਕਸ਼ਨਸ ਚੱਲਦੀਆਂ ਪਈਆਂ ਨੇ। ਸੋ ਲੋਕਤੰਤਰ ਨੂੰ ਓਵਰਹੋਲਿੰਗ ਦੀ ਜ਼ਰੂਰਤ ਹੈ, ਲੋਕਤੰਤਰ ਨੂੰ ਸੁਧਾਰ ਦੀ ਜ਼ਰੂਰਤ ਹੈ। ਇਹ ਅਮਰੀਕਾ ਦੀ ਧਰਤੀ 'ਤੇ ਵੀ ਡਿਬੇਟ ਹੈ, ਬ੍ਰਿਟੇਨ ਦੀ ਧਰਤੀ 'ਤੇ ਵੀ ਡਿਬੇਟ ਹੈ, ਭਾਰਤ ਦੀ ਧਰਤੀ 'ਤੇ ਵੀ ਡਿਬੇਟ ਹੈ। ਗੱਲ ਕੀ ਕਰੀਏ, ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਇਹ ਡਿਬੇਟ ਚੱਲਦਾ ਪਿਆ ਕਿ ਮਾਡਰਨ ਲਾਈਫ ਦੇ ਵਿੱਚ, ਮਾਡਰਨ ਸਮੇਂ ਦੇ ਵਿੱਚ ਡੈਮੋਕ੍ਰੇਸੀ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਡੈਮੋਕ੍ਰੇਸੀ ਦੀ ਯਾਤਰਾ ਨੂੰ ਅਸੀਂ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ, ਇਹ ਸਾਡੇ ਆਪਣੇ ਉੱਤੇ ਨਿਰਭਰ ਕਰਦਾ ਹੈ। ਔਰ G20 ਦਾ ਜਿਹੜਾ ਸੰਮੇਲਨ ਹੋਇਆ ਭਾਰਤ ਦੇ ਵਿੱਚ, ਉਹਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਚੱਲਦੇ ਹਾਂ ਆਪਣੇ ਭਾਰਤ ਦੇ ਮਸਲਿਆਂ ਵੱਲ, ਆਪਣੇ ਪੰਜਾਬ ਦੇ ਮਸਲਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਸ਼ੁਕਰੀਆ। ਜਿਸ ਤਰ੍ਹਾਂ ਤੁਸੀਂ ਲੋਕਤੰਤਰ ਦੀ ਗੱਲ ਕੀਤੀ ਹੈ, ਭਾਰਤ ਦੇ ਸੰਵਿਧਾਨ ਦੀ ਗੱਲ ਕੀਤੀ ਆ, ਔਰ ਅਮਰੀਕਾ ਦੀਆਂ ਆਉਣ ਵਾਲੀਆਂ ਚੋਣਾਂ ਦੀ ਗੱਲ ਕੀਤੀ ਆ, ਜਿਹਦੇ ਵਿੱਚ ਭਾਰਤ ਵੀ ਸ਼ਾਮਲ ਹੈ ਔਰ ਉਹਦੇ ਵਿੱਚ ਕੈਨੇਡਾ ਵੀ ਸ਼ਾਮਲ ਹੈ। ਕੁਝ ਦੇਸ਼ਾਂ ਦੀਆਂ ਆਗਾਮੀ ਚੋਣਾਂ ਹੋਣ ਵਾਲੀਆਂ ਨੇ ਔਰ ਇਹਦੇ ਨਾਲ ਪੂਰੀ ਰਾਜਨੀਤੀ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਰੱਦੋ ਬਦਲ ਆ ਰਹੀ ਆ ਔਰ ਇਹਦੇ ਵਿੱਚ ਨਵੀਂ ਸੋਚ ਆ ਰਹੀ ਹੈ, ਨਵੀਂ ਰਣਨੀਤੀ ਆ ਰਹੀ ਹੈ। ਔਰ ਸਾਰੇ ਮੁਲਕਾਂ ਦੇ ਜਿਹੜੇ ਵਸਨੀਕ ਨੇ ਉਹਨਾਂ ਦਾ ਧਿਆਨ ਇਸ ਇਲੈਕਸ਼ਨ ਵੱਲ ਖਿੱਚਿਆ ਜਾ ਰਿਹਾ, ਕਿਉਂਕਿ ਜਿਹੜੀਆਂ ਸਰਕਾਰਾਂ, ਮੌਜੂਦਾ ਸਰਕਾਰਾਂ ਨੇ, ਉਹਨਾਂ ਇਸ ਵੇਲੇ ਕੁਝ ਤਾਂ ਸਹੂਲਤਾਂ ਦੀ ਝੜੀ ਲਾਈ ਆ, ਕੁਝ ਜਿਹੜੀ ਬਦਲਾਅ ਦੀ ਜਿਹੜੀ ਲਾ ਦਿੱਤੀ ਉਹਨਾਂ ਨੇ, ਇਸ ਵੇਲੇ ਤਬਦੀਲੀ ਜਿਹੜੀ ਲਾਈ ਆ, ਜਿਹਦੇ ਵਿੱਚ ਸੰਵਿਧਾਨ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਦੇ ਬਾਰੇ ਵੀ ਚਰਚਾ ਹੋਈ ਆ। ਖਾਸ ਕਰਕੇ ਜਿਸ ਧਰਤੀ 'ਤੇ ਅਸੀਂ ਬੈਠੇ ਹਾਂ ਭਾਰਤ ਵਿੱਚ ਵੀ ਬੜੇ ਬਦਲਾਅ ਜਿਹੜੇ ਹੈਗੇ ਉਹਦੇ ਐਲਾਨਨਾਮੇ ਹੋਏ ਆ। ਅਮਰੀਕਾ ਵਿੱਚ ਵੀ ਹੋ ਰਹੇ ਆ ਔਰ ਕੈਨੇਡਾ ਵਿੱਚ ਵੀ ਹੋ ਰਿਹਾ। ਜਿੱਥੇ ਜਿੱਥੇ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਲੋਕਾਂ ਦਾ ਧਿਆਨ ਖਿੱਚਣ ਲਈ ਸਹੂਲਤਾਂ ਵਾਲੇ ਪਾਸੇ ਨੂੰ ਉਹਨਾਂ ਨੂੰ ਖਿੱਚਿਆ ਜਾਂਦਾ, ਚਾਹੇ ਉਹ 5 ਸਾਲ ਬਿਲਕੁਲ ਚੁੱਪ ਰਹੇ ਹੋਣ। ਇਹ ਮੈਂ ਅਮਰੀਕਾ ਦੀ ਗੱਲ ਨਹੀਂ ਕਰ ਰਿਹਾ, ਤੇ ਭਾਰਤ ਦੀ ਨਹੀਂ ਕਰ ਰਿਹਾ, ਤੇ ਨਾ ਕਰ ਰਿਹਾ ਵਾਂ ਕੈਨੇਡਾ ਦੀ। ਇਹ ਉਦੋਂ ਗੱਲ ਕਰਦੇ ਆ ਜਦੋਂ ਜਾਣ ਲੱਗੇ ਹੁੰਦੇ ਆ। ਉਦੋਂ ਇਹਨਾਂ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਤਬਦੀਲੀਆਂ, ਕਈ ਤਰ੍ਹਾਂ ਦੀਆਂ ਜਿਹੜੀਆਂ ਫੰਡਾਮੈਂਟਲ ਜਿਹੜੀਆਂ ਚੇਂਜਸ ਨੇ, ਮੁੱਢਲੀਆਂ ਲੋੜਾਂ ਨੇ, ਉਹਨਾਂ ਵੱਲ ਧਿਆਨ ਦੇਣਾ ਹੈਗਾ। ਭਾਰਤ ਦੇ ਵਿੱਚ ਵੀ ਜੇ ਆਪਾਂ ਹੁਣੇ ਗੱਲਬਾਤ ਕਰਾਂਗੇ ਕਿੰਨੀਆਂ ਤਬਦੀਲੀਆਂ ਹੋਈਆਂ, ਕਿੰਨੇ ਐਲਾਨਨਾਮੇ ਹੋਏ ਆ, ਔਰ ਇਹਨਾਂ ਨੂੰ ਇੰਪਲੀਮੈਂਟ ਕਰਨ ਲਈ ਅਜੇ ਸਦੀਆਂ ਲੱਗ ਜਾਣਗੀਆਂ। ਪਰ ਹੁਣ ਇਹਨਾਂ ਨੂੰ ਚੇਤਾ ਆ ਰਿਹਾ ਵੀ ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਆਹ ਵੀ ਰਹਿ ਗਿਆ, ਆਹ ਵੀ ਰਹਿ ਗਿਆ।
ਉਹ ਕਰਦੇ ਆ। ਜਦੋਂ ਕੋਈ ਬੰਦਾ ਤਿਆਰ ਹੋ ਕੇ ਕਿਤੇ ਜਾਂਦਾ ਬਾਹਰ ਯਾਤਰਾ 'ਤੇ, ਉਹ ਮੇਰਾ ਆਹ ਕਮੀਜ਼, ਮੇਰੀ ਜਰਾਬ, ਮੇਰੇ ਬੂਟ, ਮੇਰੀ ਪਗੜੀ, ਮੇਰਾ ਕੁੜਤਾ ਕਿੱਥੇ ਆ, ਉਹ ਹੈਗਾ ਹੁਣ। ਉਹ ਚੀਜ਼ਾਂ ਲੱਭਦਾ ਲੱਭਦਾ ਪਹਿਲੀਆਂ ਗਵਾ ਲੈਂਦਾ, ਦੂਜੀਆਂ ਲੱਭਦੀਆਂ ਨਹੀਂ ਗਈਆਂ। ਇਹ ਹੁਣ ਉਹ ਗੱਲ ਹੋ ਗਈ ਕਿ ਪਹਿਲੀਆਂ ਵੀ ਇਹਨਾਂ ਦੇ ਹੱਥ 'ਚ ਨਹੀਂ ਰਹਿਣੀਆਂ, ਦੂਜੀਆਂ ਵੀ ਨਹੀਂ ਹੈਗੀਆਂ। ਜਦੋਂ ਬਾਂਦਰ ਕਿਸੇ ਖੇਤ ਵਿੱਚ ਵੜਦਾ, ਔਰ ਮੈਂ ਇੱਕ ਤਸ਼ਬੀਹ ਦੇ ਰਿਹਾ, ਜਦੋਂ ਵੜਦਾ ਉਹ ਛੱਲੀਆਂ ਤੋੜਦਾ ਮੱਕੀ ਦੀਆਂ ਟਾਂਡਿਆਂ ਨੂੰ, ਤੇ ਟਾਂਡਿਆਂ 'ਚ ਮੱਕੀ ਦੀ ਛੱਲੀ ਤੋੜ ਕੇ ਇੱਥੇ ਲਾ ਲੈਂਦਾ, ਫਿਰ ਦੂਜੀ ਤੋੜਦਾ। ਉਹ ਜਦੋਂ ਦੂਜੀ ਤੋੜਨ ਲੱਗਦਾ ਤੇ ਪਿਛੜੀ ਡਿੱਗ ਪੈਂਦੀ ਹੈ, ਉਹ ਫਿਰ ਉਹਨੂੰ ਇੱਥੇ ਲਾਉਂਦਾ, ਪਿਛੜੀ ਡਿੱਗ ਪੈਂਦੀ ਉਹ ਇੱਥੇ ਲਾਉਂਦਾ। ਉਹ ਵਾਰ-ਵਾਰ ਕਰਕੇ ਪੂਰਾ ਖੇਤ ਤਬਾਹ ਕਰ ਦਿੰਦਾ ਤੇ ਛੱਲੀ ਇੱਕੋ ਹੀ ਘਰ ਲੈ ਕੇ ਆਉਂਦਾ। ਇਹ ਸਾਡੀ ਗੱਲ ਹੈਗੀ ਆ, ਇਹ ਸਾਡੀ ਰਣਨੀਤੀ ਦੀ ਗੱਲ ਹੈ, ਸਾਡੀ ਰਾਜਨੀਤੀ ਦੀ ਗੱਲ ਹੈ, ਇਹ ਸਾਡੀ ਸਾਰੀ ਸਿਆਸਤ ਦੀ ਗੱਲ ਹੈ, ਜਿਹੜੀ ਹੁਣ ਆਪਾਂ ਹੁਣੇ ਚਰਚਾ ਕਰਾਂਗੇ। ਬਿਲਕੁਲ ਜੀ। ਤੇ ਅਮਰੀਕਾ ਦੀ ਆਪਾਂ ਗੱਲ ਸ਼ੁਰੂਆਤ ਵਿੱਚ ਕੀਤੀ ਤੇ ਆਪਾਂ ਸ਼ੁਰੂ ਹੀ ਇਸੇ ਮੁੱਦੇ ਤੇ ਕਰਦੇ ਹਾਂ ਕਿ ਨਵੇਂ ਚਿਹਰੇ ਦੀ ਤਲਾਸ਼ ਹੋ ਰਹੀ ਹੈ। ਜੀ ਜੀ ਜੀ। ਕਿ ਨਵਾਂ ਚਿਹਰਾ ਕੀ ਹੋਣਾ ਚਾਹੀਦਾ ਹੈ, ਔਰ ਉੱਥੋਂ ਦੀ ਪਬਲਿਕ ਕੀ ਕਹਿੰਦੀ ਯੂਐਸ ਦੀ, ਕਿ ਕੋਈ ਹੋਰ ਨਵਾਂ ਚਿਹਰਾ ਹੋਣਾ ਚਾਹੀਦਾ ਹੈ। ਅਮਰੀਕਾ ਨੂੰ ਨਵੇਂ ਲੀਡਰਸ ਦੀ ਲੋੜ ਹੈ। ਟਰੰਪ ਤੇ ਬਾਈਡਨ ਦੋਵੇਂ ਅਸਤੀਫਾ ਦੇਣ, ਇੱਥੋਂ ਤੱਕ ਵੀ ਗੱਲਾਂ ਹੁੰਦੀਆਂ ਨੇ। ਸੋ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੋ ਸਕਦਾ, ਨਵਾਂ ਚਿਹਰਾ ਕੌਣ ਹੋ ਸਕਦਾ ਹੈ, ਔਰ ਬਾਈਡਨ ਸਾਹਿਬ ਦਾ ਆਲਟਰਨੇਟਿਵ ਕਮਲਾ ਹੈਰਿਸ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ, ਉਹ ਵੀ ਭਾਰਤੀ ਮੂਲ ਦੇ ਨੇ। ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ। ਔਰ ਵਿਵੇਕ ਰਾਮਾ ਸਵਾਮੀ ਤੇ ਟਰੰਪ ਸਾਹਿਬ, ਉਹਨਾਂ ਦੀ ਦੋਸਤੀ ਵੀ ਸਾਹਮਣੇ ਆਉਂਦੀ ਹੈ, ਔਰ ਏਜ ਦਾ ਬੜਾ ਡਿਫਰੈਂਸ ਵੀ ਸਾਹਮਣੇ ਆਉਂਦਾ ਹੈ, ਔਰ ਜਿਹੜੀਆਂ ਗੱਲਾਂ ਤੇ ਸਹਿਮਤ ਨਹੀਂ ਹੈਗੇ ਉਹ ਵੀ ਸਾਹਮਣੇ ਆਉਂਦੀਆਂ ਨੇ। ਹੁਣ ਇਹ ਜਨਤਾ ਦੀ ਫਰਮਾਇਸ਼ ਦੇ ਉੱਤੇ ਨਵਾਂ ਚਿਹਰਾ, ਨਵਾਂ ਲੀਡਰ ਕੌਣ ਹੋਣਾ ਚਾਹੀਦਾ ਯੂਐਸ ਦੇ ਵਿੱਚ? ਹਾਂ, ਜਦੋਂ ਬਰਾਤ ਚੜ੍ਹਦੀ ਆ ਜਾਂ ਬਰਾਤ ਚੜ੍ਹਨ ਤੋਂ ਪਹਿਲਾਂ ਵੇਂਦੇ ਆ ਵੀ ਨਵਾਂ ਲਾੜਾ ਕਿਹੜਾ ਹੈਗਾ, ਕਿਹਨੇ ਆਉਣਾ ਵਾ, ਕਿਹਦੇ ਸਿਹਰਾਬੰਦੀ ਹੋਣੀ ਆ, ਕਿਹਨੇ ਪਗੜੀ ਸਜਾਉਣੀ ਆ, ਕਿਹਦੇ ਤੋਂ ਸਿਰ ਵਾਰਨੇ ਹੋਣੇ ਆ। ਇਹ ਵੀ ਗੱਲ ਉਹੀ ਹੈ, ਇਹ ਵੀ ਇੱਕ ਤਰ੍ਹਾਂ ਦਾ ਲਾੜਾ ਹੀ ਹੁੰਦਾ ਜਿਹਨੇ ਪੂਰੇ ਦੇ ਪੂਰੇ ਆਪਣੇ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਆ, ਰਾਜਨੀਤੀ ਲੈਣੀ ਆ। ਔਰ ਇਹ ਇਸ ਵੇਲੇ ਸਿਆਸਤ ਉੱਥੇ ਮੱਗੀ ਹੈ ਕਿ ਕਿਹੜਾ ਆਉਣ ਵਾਲਾ ਵੁੱਡ ਬੀ ਪ੍ਰੈਜ਼ੀਡੈਂਟ ਆਫ ਅਮਰੀਕਾ ਹੋਏਗਾ। ਔਰ ਇਹਦੇ 'ਚ ਜਿਹੜੀ ਡੈਮੋਕ੍ਰੈਟਿਕ ਪਾਰਟੀ ਉਹਦੇ ਵਿੱਚ ਇਹ ਚੋਣ ਜਿਹੜੀ ਹੋਣ ਲਈ ਜਿਹੜੀ ਮਾਰੋ ਮਾਰ ਹੋ ਰਹੀ ਹੈ। ਔਰ ਉਹਦੇ ਵਿੱਚ ਕਮਲਾ ਹੈਰਿਸ ਜਿਹੜੀ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ, ਉਹਨਾਂ 'ਤੇ ਗੁਣਾ ਪੈਂਦਾ ਸੀ, ਪਰ ਉਹਨਾਂ ਦੀ ਪੋਪੂਲਰਿਟੀ ਦੇਖੀ ਹੈ ਕਿ ਉਹ ਇਸ ਵੇਲੇ ਸਿਰਫ ਅਤੇ ਸਿਰਫ 35% ਤੱਕ ਹੈਗੀ, ਉਦੋਂ ਅੱਗੇ ਨਹੀਂ ਵਧੀ। ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ, ਉਹਨਾਂ ਵਿੱਚ ਕੁਝ ਉੱਥੋਂ ਦੀਆਂ ਔਰਤਾਂ ਹੀ ਉਹਦੇ ਤੋਂ ਬਹੁਤੀਆਂ ਖੁਸ਼ ਨਹੀਂ ਹੈਗੀਆਂ, ਕੁਝ ਯੂਥ ਜਿਹੜੇ ਆ ਉਹ ਨਹੀਂ ਹੈਗੇ। ਔਰ ਇਸ ਕਰਕੇ ਹੀ ਹੈਗਾ ਵਿਵੇਕਾ ਸਵਾਮੀ ਜੀ ਇਸੇ ਕਰਕੇ ਉਹਦੇ ਵਿੱਚ ਅੱਗੇ ਆ ਗਏ ਆ। ਔਰ ਉਹਨਾਂ ਨੇ ਕਿਹਾ ਨਵਾਂ ਚਿਹਰਾ ਇਹਨਾਂ ਵਿੱਚ, ਇਹ ਡੈਮੋਕ੍ਰੈਟਿਕ 'ਚ ਨਵਾਂ ਆ ਰਿਹਾ। ਔਰ ਟਰੰਪ ਸਾਹਿਬ ਤਾਂ ਪਹਿਲਾਂ ਆਪਣੇ ਤੀਰ ਚਲਾ ਚੁੱਕੇ ਆ। ਉਹਨਾਂ ਦਾ ਜਿਹੜਾ ਪੱਥਾ ਜਿਸ 'ਚ ਤੀਰ ਪਾ ਕੇ ਚਲਾਉਂਦੇ ਆ, ਉਹ ਤਰਕਸ਼ ਜਿਹੜਾ ਇਸ ਵੇਲੇ ਖਾਲੀ ਹੈਗਾ, ਉਹਦੇ 'ਚ ਉਹ ਨਹੀਂ ਰਹਿ ਗਿਆ ਜੋ ਕੁਝ ਪਹਿਲਾਂ ਸੀਗਾ ਮਸਾਲਾ, ਕਿਉਂਕਿ ਉਹਨਾਂ 'ਤੇ ਬੜੇ ਦੋਸ਼ ਮੜੇ ਗਏ ਆ। ਤੀਜੀ ਗੱਲ ਹੈਗੀ ਹੈ ਕਿ ਇਹਨਾਂ ਦੀ ਏਜ ਜ਼ਿਆਦਾ ਹੋ ਗਈ ਹੈ। ਬਾਈਡਨ ਸਾਹਿਬ ਦੀ ਉਮਰ ਦਰਾਜ਼ ਨੇ, ਹੁਣ ਇਸ ਵੇਲੇ 80 ਤੋਂ ਅਬਵ ਹੈਗੇ ਆ। ਇਹਨਾਂ ਲਈ ਤੁਰਨਾ ਮੁਹਾਲ ਹੋ ਜਾਂਦਾ, ਜੇ ਕਈ ਵਾਰੀ ਡਿੱਗਦੇ ਵੀ ਆ, ਜਹਾਜ਼ ਦੀ ਜਿਹੜੀ ਪੌੜੀਆਂ ਚੜ੍ਹਨੀਆਂ ਵੀ ਮੁਸ਼ਕਿਲ ਹੁੰਦੀ ਆ। ਉਮਰ ਤਾਂ ਉਮਰ, ਚਾਹੇ ਦੇਸ਼ ਸੁਪਰ ਹੋਵੇ, ਚਾਹੇ ਸੁਪਰ ਤੋਂ ਵੀ ਡੁੱਪਰ ਹੋਵੇ, ਜੋ ਮਰਜ਼ੀ ਹੋਵੇ, ਇਹ ਜਿਹੜੀ ਹੈਗੀ ਆ ਬੰਦੇ ਨੂੰ ਉੱਥੇ ਲਿਆ ਕੇ ਰੋਕ ਲੈਂਦੀ ਆ। ਚਾਹੇ ਉਹਨਾਂ ਦਾ ਦਿਮਾਗ ਅਜੇ ਕੰਮ ਕਰ ਰਿਹਾ, ਕਿਉਂਕਿ ਉਹਨਾਂ ਦੀ ਕੰਟਰੀ 'ਚ ਖਾਣ ਪੀਣ ਜਿਹੜੀ ਤੰਦਰੁਸਤੀ, ਆਬੋ ਹਵਾ ਉਹ ਵੀ ਹੈਗਾ। ਫਿਰ ਚਿੰਤਾ ਕੋਈ ਨਹੀਂ ਇਹਨਾਂ ਨੂੰ। ਸਾਡੇ ਦੇਸ਼ ਦੇ ਤੇ ਲੋਕ ਚਿੰਤਾ ਨਾਲ ਵੀ ਗ੍ਰਸਤ ਹੁੰਦੇ ਨੇ, ਚਿੰਤਾ ਨਾਲ ਵੀ ਬੁੜੇ ਹੋ ਜਾਂਦੇ ਆ, ਵਾਲ ਭਾਵੇਂ ਚਿੱਟੇ ਹੋ ਜਾਂਦੇ ਪਰ ਦਿਮਾਗ ਉਹੀ ਰਹਿੰਦਾ। ਪਰ ਜਿਹੜੇ ਬਾਈਡਨ ਸਾਹਿਬ ਨੇ ਇਸ ਵੇਲੇ ਉਮਰ ਦਰਾਜ਼ ਨੇ, ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਆ। ਇਸ ਕਰਕੇ ਵੀ ਯੂਥ ਜਿਹੜੇ ਆ ਉਹਨਾਂ ਤੋਂ ਥੋੜ੍ਹਾ ਜਿਹਾ ਕੰਨੀ ਕਤਰਾ ਰਹੇ ਆ। ਜਿਸ ਤਰ੍ਹਾਂ ਜਿਹੜੇ ਬਰਾਕ ਓਬਾਮਾ ਜੀ ਨੂੰ, ਉਹਨਾਂ ਨੂੰ 2 ਵਾਰੀ ਇਹਨਾਂ ਨੇ ਟਰਮ ਦਿੱਤੀ ਸੀ ਯੂਥ ਨੇ, ਕਿਉਂਕਿ ਏਜ ਵੀ ਅੱਛੀ ਸੀ, ਕੰਮ ਵੀ ਬਹੁਤ ਕੀਤੇ ਉਹਨਾਂ ਨੇ, ਔਰ ਗਰੀਬ ਨੂੰ ਵੀ ਚੁੱਕਿਆ, ਔਰ ਗਰੀਬ ਦੀ ਜਿਹੜੀ ਆ ਉਹਨਾਂ ਨੇ ਖੋਜ ਪੜਤਾਲ ਕਰਕੇ ਉਹਨਾਂ ਨੂੰ ਲੱਭ ਕੇ ਉੱਥੋਂ ਤੱਕ ਪਹੁੰਚਾਇਆ ਜਿੱਥੋਂ ਤੱਕ ਪਹੁੰਚਣ ਦੀ ਜਿਹੜੀ ਉਹਨਾਂ ਦੀ ਕਿਸਮਤ ਵੀ ਹੈ, ਜਾਂ ਸਮਝ ਲਓ ਰਣਨੀਤੀ ਵੀ ਪਹੁੰਚਾ ਦਿੰਦੇ। ਔਰ ਇਸੇ ਤਰ੍ਹਾਂ ਹੀ ਇਸ ਵੇਲੇ ਉੱਥੇ ਹਫੜਾ ਦਫੜੀ ਆ ਪੂਰੀ। ਹਰ ਪਾਰਟੀ 'ਚ ਜਿਹੜੀਆਂ 2 ਪਾਰਟੀਆਂ ਉਹਨਾਂ ਦੀਆਂ, ਮਲਟੀ ਪਾਰਟੀ ਸਿਸਟਮ ਨਹੀਂ ਹੈਗਾ ਜਿੱਦਾਂ ਇੰਡੀਆ 'ਚ ਹੈਗਾ। ਹੁਣ ਤਾਂ ਸਾਡੇ ਵੀ 2 ਪਾਰਟੀਆਂ ਬਣ ਗਈਆਂ, ਔਰ ਇਹ ਗਰਾਊਂਡ ਇੱਕੋ ਹੀ ਆ ਇੰਡੀਆ ਦੀ, ਔਰ 2 ਪਾਰਟੀਆਂ ਸਾਡੀਆਂ, 2 ਟੀਮਾਂ ਆ ਕੇ ਉਹਦੇ ਵਿੱਚ ਆਪਣਾ ਬਾਲ ਫੈਂਕਣਗੀਆਂ, ਔਰ ਬਾਲ ਕਿੱਧਰ ਜਾਂਦਾ ਔਰ ਲੋਕ ਉਹਨੂੰ ਕਿੱਦਾਂ ਸੰਭਾਲਦੇ ਆ। ਹੁਣ ਅਮਰੀਕਾ 'ਚ ਇਸ ਵੇਲੇ ਉਹੀ ਕੰਮ ਹੋ ਰਿਹਾ। ਔਰ ਬਿਲਕੁਲ। ਔਰ ਬਲਕਾਰ ਜੀ, ਮਿਸ਼ੇਲ ਓਬਾਮਾ ਦਾ ਵੀ ਨਾਮ ਪਿੱਛੇ ਸਾਹਮਣੇ ਆਇਆ ਸੀ ਕਿ ਬਾਈਡਨ ਸਾਹਿਬ ਦਾ ਆਲਟਰਨੇਟਿਵ ਮਿਸ਼ੇਲ ਓਬਾਮਾ ਹੋ ਸਕਦੇ ਨੇ, ਇਹ ਵੀ ਗੱਲ ਹੋਈ ਸੀ। ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਫਾਈਨਲ ਰਿਜ਼ਲਟ ਪਬਲਿਕ ਦੇ ਹੱਥ ਹੈ। ਪਬਲਿਕ ਕਿਹਨੂੰ ਪਸੰਦ ਕਰਦੀ ਹੈ, ਕਿਹਨੂੰ ਪਸੰਦ ਨਹੀਂ ਕਰਦੀ, ਇਹ ਤਾਂ ਹੁਣ 2024 ਦੀਆਂ ਇਲੈਕਸ਼ਨਸ ਦੀ ਦੱਸੋ। ਤੁਸੀਂ ਲੋਕਤੰਤਰ ਦੀ ਗੱਲ ਕੀਤੀ ਆ, ਵੀ ਲੋਕਤੰਤਰ ਦੀ ਜੜ ਹੈਗੀ ਆ, ਲੋਕਤੰਤਰ ਹੈ, ਤਾਂ ਉੱਥੇ ਵੀ ਚੋਣਾਂ ਪਬਲਿਕ ਨਾਲ ਹੀ ਆ, ਵੋਟਰ ਉਹਨਾਂ ਦੇ ਲੋਕ ਹੀ ਹੈਗੇ ਆ, ਬਹੁਮਤ ਲੋਕਾਂ ਨੇ ਲੈ ਕੇ ਆਉਣਾ। ਔਰ ਜਿੱਦਾਂ ਮਸ਼ੋਲ ਦੀ ਤੁਸੀਂ ਬਰਾਕ ਓਬਾਮਾ ਦੀ ਵਾਈਫ ਦੀ ਗੱਲ ਕੀਤੀ ਹੈ, ਇਹ ਔਰਤ ਨੂੰ ਔਰਤ ਹੀ ਜਿਹੜਾ ਢਾਹ ਲਾ ਸਕਦੀ ਹੈ, ਕਿਉਂਕਿ ਜਿਸ ਪਾਸੇ ਕਮਲਾ ਹੈਰਿਸ ਦਾ ਨਾਂ ਸੀ, ਉੱਧਰੋਂ ਮਸ਼ੋਲ ਜੀ ਦਾ ਨਾਂ ਆ ਗਿਆ। ਹੁਣ ਇਹ ਵੀ ਇੱਕ ਉਹਨਾਂ ਲਈ ਬਿਲਕੁਲ ਜਿਹੜਾ ਹੈਗਾ ਡਾਊਨ ਕਰਨ ਵਾਲਾ ਕੰਮ ਹੈਗਾ ਸੀਗਾ। ਕਮਲਾ ਹੈਰਿਸ ਨੇ ਕੰਮ ਕੀਤਾ, ਪੋਲੀਟੀਕਲ ਸਾਰੀ ਰਣਨੀਤੀ ਦਾ ਪਤਾ ਉਹਨਾਂ ਨੂੰ, ਔਰ ਪਾਲਿਸੀਜ਼ ਦਾ ਪਤਾ ਹੈਗਾ, ਦੇਸ਼ ਨੂੰ ਸੰਭਾਲਣ ਦਾ ਪਤਾ ਹੈਗਾ, ਸਾਰਾ ਕੁਝ ਹੈਗਾ। ਪਰ ਇੱਕ ਤਾਂ
ਜਿਹੜੇ ਹੈਗੇ ਉਹ ਭਾਰਤੀ ਮੂਲ ਨਿਵਾਸੀ ਹੈ। ਦੂਜਾ ਉਹਨਾਂ ਦਾ ਜਿਹੜਾ ਹੈਗਾ ਕੰਮ ਲੋਕਾਂ ਦੇ ਇੰਨਾ ਬਹੁਤਾ ਪਸੰਦ ਨਹੀਂ ਆਇਆ। ਜਿਸ ਤਰ੍ਹਾਂ ਰਿਸ਼ੀ ਸੁਨਕ ਦੀ ਤੁਸੀਂ ਗੱਲ ਕੀਤੀ, ਉਹਨਾਂ ਨੂੰ ਦੁਬਾਰਾ ਉਹਨਾਂ ਨੇ ਨੋਮੀਨੇਟ ਕਰਕੇ ਰੱਖ ਲਿਆ। ਉਹਨਾਂ ਨੇ ਆਪਣੇ ਬੰਦੇ ਜਿਹੜੇ ਸੀ ਉੱਥੋਂ ਦੇ ਪਛਾੜ ਦਿੱਤੇ, ਕਹਿੰਦੇ ਇਹ ਬੰਦਾ ਯੋਗ ਹੈਗਾ। ਉਹਨਾਂ ਨੇ ਕੰਮ ਕੀਤਾ, ਰਿਸ਼ੀ ਸੁਨਕ ਨੇ ਬਹੁਤ ਕੰਮ ਕੀਤਾ। ਇਸ ਵੇਲੇ ਜਿਹੜਾ ਕੰਮ ਕਰਦਾ ਚਾਹੇ ਉਹ 'ਚ ਸਟੂਡੈਂਟ ਨਾਰਾਜ਼ ਹੈ, ਚਾਹੇ ਸੈਲਾਨੀ ਟੂਰਿਸਟ ਨਾਰਾਜ਼ ਹੈ, ਉਹਨਾਂ ਨੇ ਪੈਸਾ ਇਕੱਠਾ ਕਰਨ ਲਈ ਅੰਬੈਸੀ ਨੂੰ ਹੁਕਮ ਜਾਰੀ ਕਰਤਿਆ ਕਿ ਆਹ ਜਿਹੜੀ ਅੰਬੈਸੀ ਹੈ ਇਸ ਵੇਲੇ ਆਹ ਟੈਕਸ ਲਾ ਕੇ ਜਿਹੜੀ ਫੀਸ ਹੈਗੀ ਵੀਜ਼ਾ ਦੀ ਇੱਥੋਂ ਤੱਕ ਲੈ ਆਊਗੀ, ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਵੇਲੇ ਜਿਹੜੀ ਦੇਸ਼ ਦੀ ਇਕੋਨਮੀ ਥੋੜ੍ਹੀ ਜਿਹੀ ਡਾਊਨ ਹੋ ਰਹੀ ਹੈ। ਹੁਣ ਕੈਨੇਡਾ ਕੋਲ ਇਕੋਨਮੀ ਬਹੁਤ ਹੈ, ਕਿਉਂਕਿ ਅਸੀਂ ਜਿਹੜੇ ਮੁੰਡੇ ਸਟੂਡੈਂਟ ਬਹੁਤ ਜਾ ਰਹੇ ਆ, ਅਮਰੀਕਾ 'ਚ ਵੀ ਬਹੁਤ ਜਾ ਰਹੇ ਆ, ਉਹਨਾਂ ਨੂੰ ਤਾਂ ਇਸ ਗੱਲ ਦੀ ਜ਼ਰੂਰਤ ਨਹੀਂ, ਵੈਸੇ ਵੀ ਇਕਨੋਮਿਕਲੀ ਬਹੁਤ ਹੈ। ਇਹਨਾਂ ਦਾ ਪਾਊਂਡ ਜਿਹੜਾ ਡਾਊਨ ਹੋ ਰਿਹਾ ਸੀਗਾ, ਔਰ ਜਿਹੜਾ ਕੈਨੇਡਾ ਦਾ ਡਾਲਰ ਅੱਗੇ ਵੀ ਚਲੇ ਗਿਆ, ਔਰ ਅਮਰੀਕਾ ਦਾ ਡਾਲਰ ਉਹ ਤੋਂ ਵੀ ਅੱਗੇ ਚਲੇ ਗਿਆ 85 ਦੇ ਨੇੜੇ। ਇਹ ਕਿਹਨੇ ਕੀਤਾ ਹੈਗਾ? ਇਹ ਸਾਡੇ ਲੋਕਾਂ ਨੇ ਕੀਤਾ, ਪੰਜਾਬ ਨੇ ਕੀਤਾ ਵਾ, ਪੂਰੇ ਹਿੰਦੁਸਤਾਨ ਨੇ ਕੀਤਾ ਵਾ, ਔਰ ਭਾਰਤ ਨੇ ਕੀਤਾ, ਔਰ ਬਾਹਰਲੇ ਹੋਰ ਦੇਸ਼ ਵੀ ਆ ਰਹੇ, ਚਾਈਨਾ ਵੀ ਉੱਥੇ ਬੈਠਾ। ਔਰ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਲੋਕ ਵੇਖਦੇ ਆ ਕਿ ਹੁਣ ਜਿਹੜੇ ਆਉਣ ਵਾਲੇ ਪ੍ਰੈਜ਼ੀਡੈਂਟ ਨੇ ਉਹ ਕੀ ਕੰਮ ਕਰ ਸਕਦੇ ਆ। ਉੱਥੋਂ ਦੇ ਲੋਕ ਬੜੇ ਪੜ੍ਹੇ ਲਿਖੇ ਆ, ਉਹਨਾਂ ਨੇ ਨੋਮੀਨੇਸ਼ਨ, ਉਹਨਾਂ ਨੇ ਵੋਟ ਹੀ ਉਹਨੂੰ ਪਾਉਣੀ ਜਿਹੜਾ ਕੰਮ ਦਾ ਬੰਦਾ ਹੋਵੇ। ਇਹ ਨਹੀਂ ਹੈਗਾ ਕਿ ਜਿਹੜਾ ਬੰਦਾ ਸਿਰਫ ਐਲਾਨਨਾਮੇ ਕਰਦਾ ਹੋਵੇ ਅਤੇ ਬਾਕੀ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦਾ ਹੋਵੇ ਔਰ ਉਹਦੇ 'ਚ ਮੈਨੀਫੈਸਟੋ ਲੈਵੇ ਜੀ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਜੀ। ਉਹ ਚੀਜ਼ਾਂ ਨਹੀਂ ਹੋਣੀਆਂ। ਪ੍ਰੈਕਟੀਕਲ ਤੌਰ 'ਤੇ ਵਿਵਹਾਰਕ ਤੌਰ 'ਤੇ ਜਿਹੜਾ ਬੰਦਾ ਬੋਲੂਗਾ ਉਹਨੂੰ ਵੋਟ ਪੈਣੀ ਹੈ। ਇਹ ਹੈ ਇਸ ਵੇਲੇ ਦੀ ਜਿਹੜੀ ਸਿਆਸਤ ਹੈ ਅਮਰੀਕਾ। ਐਕਚੁਅਲੀ ਜੋ ਲੋਕਾਂ ਦੀ ਆਵਾਜ਼ ਬਣੇ, ਜੋ ਲੋਕਾਂ ਦੇ ਮਸਲਿਆਂ ਨੂੰ ਸਮਝੇ ਔਰ ਉਹਨਾਂ ਮਸਲਿਆਂ ਦਾ ਹੱਲ ਦੇਵੇ, ਔਰ ਲੋਕ ਤਾਂ ਸਾਥ ਦਿੰਦੇ ਨੇ, ਤਾਂ ਨਾਲ ਖੜੇ ਹੁੰਦੇ ਨੇ ਕਿ ਸਾਡੀਆਂ ਪ੍ਰੋਬਲਮਸ ਦਾ ਸੋਲਿਊਸ਼ਨ ਇਹਦੇ ਕੋਲ ਹੈਗਾ ਜੀ। ਇਹ ਟਰਬਲ ਸ਼ੂਟਰ ਹੈ, ਇਹ ਪ੍ਰੋਬਲਮ ਨੂੰ ਸੋਲਵ ਕਰ ਦਿੰਦਾ ਹੈ। ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਕਿ ਕੋਈ ਵੀ ਲੀਡਰ ਕਿੱਦਾਂ ਪਬਲਿਕ ਦਾ ਦਿਲ ਜਿੱਤਦਾ। ਹੁਣ ਅਗਲੇ ਲੀਡਰ ਦੀ ਗੱਲ ਆਪਾਂ ਕਰਦੇ ਹਾਂ ਜੋ ਕੈਨੇਡਾ ਦੇ ਡਿਪਲੋਮੈਟਸ ਵੀ ਨੇ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਨੇ ਜੀ, ਔਰ ਉਹ ਨੇ ਆਪਣੇ ਟਰੂਡੋ ਸਾਹਿਬ ਜੀ ਜੀ। ਉਹਨਾਂ ਦਾ ਇੱਕ ਬਿਆਨ ਹੈ ਜਿਸ ਦਾ ਕਾਫੀ ਜ਼ਿਕਰ ਹੋ ਰਿਹਾ ਪੂਰੇ ਦੇਸ਼ਾਂ ਦੇ ਵਿੱਚ ਵੀ, ਭਾਰਤ ਦੇ ਵਿੱਚ ਤਾਂ ਖਾਸ ਕਰਕੇ ਵੀ। ਔਰ ਕੈਨੇਡਾ ਨੇ ਭਾਰਤ ਦੇ ਡਿਪਲੋਮੈਟ ਨੂੰ ਬਾਏ ਵੀ ਕੀਤੀ ਕਿ ਤੁਸੀਂ ਛੱਡ ਕੇ ਚਲਾ ਜਾਓ ਦੇਸ਼ ਸਾਡਾ, ਔਰ ਅੱਗੇ ਵੀ ਪਾਬੰਦੀ ਲੱਗੀ ਹੋਈ ਹੈ। ਔਰ ਇਸ ਚੀਜ਼ ਨੂੰ ਲੈ ਕੇ ਭਾਰਤ ਵੀ ਫਿਕਰਮੰਦ ਹੈ। ਔਰ ਦੁਨੀਆ ਦੇ ਵਿੱਚ ਇੱਕ ਇਹ ਚੀਜ਼ ਨੂੰ ਦੇਖਿਆ ਜਾ ਰਿਹਾ ਕਿ ਇਹ ਕਿਹੜਾ ਨਵਾਂ ਚਲਨ ਚੱਲ ਪਿਆ ਹੈ ਕੈਨੇਡਾ ਦੀ ਧਰਤੀ ਦੇ ਉੱਤੇ। ਇਹ ਜਿਹੜਾ ਇਸ ਵੇਲੇ ਮੁੱਦਾ ਇੰਨਾ ਮਤਲਬ ਸਰਗਰਮ ਹੋ ਗਿਆ ਔਰ ਲੋਕਾਂ ਦੀਆਂ ਨਜ਼ਰਾਂ 'ਚ ਆ ਗਿਆ। ਔਰ ਟਰੂਡੋ ਸਾਹਿਬ ਨੇ ਜਿਹੜਾ ਲੋਅਰ ਹਾਊਸ ਆ ਉੱਥੇ ਬਿਆਨ ਦਿੱਤਾ ਆਟਵਾ 'ਚ ਜਾ ਕੇ ਕਿ ਜਿਹੜੇ ਉੱਥੇ ਜਿਹੜੇ ਆਪਣੇ ਉੱਥੋਂ ਦੇ ਲੋਕ ਆਏ ਨੇ ਪੋਲੀਟੀਕਲ ਤੌਰ 'ਤੇ ਉਹਨਾਂ ਨੇ ਸ਼ਰਨ ਲਈ ਆ, ਉਹ ਬੈਠੇ ਨੇ, ਉਹ ਕੁਛ ਹੈਗਾ। ਔਰ ਖ਼ਾਸ ਕਰਕੇ ਉਹਨਾਂ ਨੇ ਹਰਦੀਪ ਜਿਹੜੇ ਨੇ ਉੱਥੋਂ ਦੇ ਨਿੱਜਰ ਜਿਹੜੇ ਉੱਥੇ ਰਹੇ ਆ ਔਰ ਪੰਜਾਬ ਨੂੰ ਬਿਲੋਂਗ ਕਰਦੇ ਆ, ਉਹਨਾਂ ਨੂੰ ਸਰੀ 'ਚ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ। ਉਹਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈਗਾ ਕਿ ਇਹਦੇ ਵਿੱਚ ਜਿਹੜੀਆਂ ਕੁਝ ਏਜੰਸੀਆਂ ਨੇ ਭਾਰਤ ਦੀਆਂ, ਉਹਨਾਂ ਦਾ ਹੀ ਕੰਮ ਹੈਗਾ, ਉਹਨਾਂ ਨੇ ਕੀਤਾ ਹੈਗਾ। ਇਹਦੇ ਵਿੱਚ ਅਸੀਂ ਇਹਦੇ ਵਿੱਚ ਨਹੀਂ ਕੁਛ ਕੀਤਾ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਇੱਥੇ ਕੁਛ ਲੋਕਾਂ ਦੇ ਅਗੇਂਸਟ ਬੋਲਦੇ ਨੇ ਜਾਂ ਰਾਜਨੀਤੀ ਨੂੰ ਥਲ ਕਰਨ ਲਈ ਲੋਕ ਗੱਲਾਂ ਕਰਦੇ ਨੇ, ਅਸੀਂ ਉਹਨਾਂ ਨੂੰ ਬਿਲਕੁਲ ਸਨੱਪ ਕਰਾਂਗੇ, ਉਹਨਾਂ ਨੂੰ ਨਹੀਂ ਅੱਗੇ ਵਧਣ ਦੇਵਾਂਗੇ। ਔਰ ਭਾਰਤ ਨਾਲ ਸਾਡੇ ਰਿਲੇਸ਼ਨ ਤਾਂ ਠੀਕ ਰਹੇ ਔਰ ਠੀਕ ਰਹਿਣਗੇ। ਔਰ ਜਦੋਂ ਇੰਡੀਆ ਨੇ ਉਹਨਾਂ ਦੇ ਡਿਪਲੋਮੈਟ ਨੂੰ ਇੱਥੋਂ ਜਿਹੜਾ ਕੱਢ ਦਿੱਤਾ ਗਿਆ, ਜਾਣ ਲਈ ਕਹਿ ਦਿੱਤਾ, ਔਰ 5 ਦਿਨਾਂ 'ਚ ਇਹਨਾਂ ਨੇ ਕਹਿਤਾ ਕਿ ਤੁਸੀਂ ਇੱਥੋਂ ਸਫਾਇਆ ਕਰ ਜੋ, ਨਿਕਲ ਜਾਓ। ਇਹਦਾ ਹੀ ਉਹਨਾਂ ਨੇ ਅੱਗੇ ਗੱਲ ਕੀਤੀ ਆ। ਉਹਨਾਂ ਨੇ ਉਸੇ ਦਾ ਜਵਾਬ ਦਿੱਤਾ। ਉਹਨਾਂ ਨੇ ਉਹਨਾਂ ਦੇ ਡਿਪਲੋਮੈਟ ਨੂੰ ਕਹਿਤਾ ਕਿ ਤੁਸੀਂ ਬਾਹਰ ਨਿਕਲ ਜਾਓ ਕੈਨੇਡਾ ਤੋਂ, ਜਿਹਦੇ ਵਿੱਚ ਪਮਨ ਰਾਏ ਨੇ ਜਿਹੜੇ IPS ਹੈ ਔਰ ਰਾਜ ਜਿਹੜੀ ਏਜੰਸੀ ਹੈ ਉਹਦੇ ਕਾਰਕੁਨ ਨੇ, ਉਹਦੇ ਵਿੱਚ ਅਧਿਕਾਰੀ ਨੇ ਔਰ ਪੰਜਾਬ ਨੂੰ ਬਿਲੋਂਗ ਕਰਦੇ, ਪੰਜਾਬ ਕੈਡਰ ਦੇ ਵਿੱਚੋਂ ਹੀ। ਉਹਨਾਂ ਨੇ ਉੱਥੋਂ ਕਹਿਤਾ ਕਿ ਤੁਸੀਂ ਕੈਨੇਡਾ ਛੱਡ ਜਾਓ। ਇਹ ਜਿਹੜੀ ਟਕਰਾਅ ਹੈਗਾ ਇਹ ਗੱਲ ਗਲਤ ਹੈਗੀ ਹੈ, ਜਿਹਦੇ ਵਿੱਚ ਸਾਡੇ ਤਾਂ ਬਹੁਤ ਸਟੂਡੈਂਟਸ ਉੱਥੇ ਬੈਠੇ ਆ ਔਰ ਸਾਡੇ ਬਹੁਤ ਜ਼ਿਆਦਾ NRI ਵੀਰ ਬੈਠੇ ਆ। ਪੂਰਾ ਪੰਜਾਬ ਸਰੀ ਦੇ ਦੇਖੋ ਕਿ ਉਹਨਾਂ ਨੂੰ ਮਿੰਨੀ ਪੰਜਾਬ ਆਉਂਦੇ ਆ, ਜਿਹੜਾ ਬ੍ਰਿਟਿਸ਼ ਕੋਲੰਬੀਆ ਸਾਡਾ ਪੰਜਾਬੀ ਲੋਕ ਬੈਠੇ ਉੱਤੇ। ਔਰ ਸਾਡੇ ਉੱਤੇ ਢਾਬੇ, ਸਾਡੇ ਉੱਤੇ ਦੁਕਾਨਾਂ, ਸਾਡੇ ਉੱਤੇ ਬਾਗ ਬਗੀਚੇ, ਸਾਡੇ ਉੱਤੇ ਟਰੈਕਟਰ ਚੱਲ ਰਿਹਾ ਸੜਕਾਂ 'ਤੇ, ਸਾਰਾ ਕੁਝ ਪੰਜਾਬੀ ਘੁੰਮਦੇ ਨਜ਼ਰ ਆਉਣਗੇ। ਔਰ ਇਹ ਜਿਹੜਾ ਇਸ ਵੇਲੇ ਟਕਰਾਅ ਆ, ਨਾ ਤਾਂ ਇੰਡੀਆ ਨੂੰ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਆ, ਨਾ ਜਿਹੜੀ ਕੈਨੇਡੀਅਨ ਗੌਰਮੈਂਟ ਉਹਨਾਂ ਨੂੰ ਕਰਨੀ ਚਾਹੀਦੀ ਆ, ਕਿਉਂਕਿ ਸਾਡਾ ਦੁਵੱਲੇ ਸੰਬੰਧ ਬਹੁਤ ਅੱਛੇ ਆ ਉਹਨਾਂ ਨਾਲ। ਔਰ ਟਰੂਡੋ ਸਾਹਿਬ ਹੁਣੇ G20 ਵਿੱਚ ਆਏ ਸੀਗੇ, ਉਹਨਾਂ ਨੇ ਸੰਬੋਧਨ ਵੀ ਕੀਤਾ, ਬੋਲੇ ਵੀ। ਉਹਨਾਂ ਦਾ ਜਹਾਜ਼ ਖਰਾਬ ਹੋ ਗਿਆ ਸੀ, ਫਿਰ 1-2 ਦਿਨ ਵਾਧੂ ਰਹੇ ਇੱਥੇ। ਔਰ ਉਹ ਕੈਨੇਡਾ ਨਾਲ ਸਾਡੇ ਸੰਬੰਧ ਬਹੁਤ ਨਿੱਘੇ ਨੇ, ਬਹੁਤ ਵਧੀਆ ਨੇ। ਔਰ ਜਦੋਂ ਟਕਰਾਅ ਹੁੰਦਾ ਰਣਨੀਤੀ ਦੇ ਵਿੱਚ ਜਾਂ ਸਿਆਸਤ ਦੇ ਵਿੱਚ, ਉਦੋਂ ਥੋੜ੍ਹਾ ਬਹੁਤ ਹੁੰਦਾ। ਇਹ ਸਿਰਫ ਸਿਆਸਤ ਹੈਗੀ ਹੈ, ਲੋਕਾਂ ਦਾ ਇਹਦੇ ਵੱਲ ਕੋਈ ਇਸ ਤਰ੍ਹਾਂ ਦਾ ਝੁਕਾਅ ਨਹੀਂ ਗਾ ਔਰ ਗਲਤ ਸੋਚ ਨਹੀਂ ਹੈਗੀ।
ਇਹਦੇ ਵਿੱਚ ਕੁਝ ਧਾਰਮਿਕ ਏਜੰਸੀਆਂ ਨੇ ਵੀ ਗੱਲ ਕੀਤੀ ਹੈ ਕਿ ਇਹ ਗਲਤ ਗੱਲ ਹੈਗੀ ਆ। ਟਰੂਡੋ ਸਾਹਿਬ ਕੋਈ ਮਾੜਾ ਨਹੀਂ ਬੋਲ ਕੇ ਗਏ ਔਰ ਅਸੀਂ ਵੀ ਉਹਨਾਂ ਨੂੰ ਜਵਾਬ ਇਸ ਤਰ੍ਹਾਂ ਦਾ ਨਾ ਦਈਏ, ਔਰ ਜੇ ਉਹਨਾਂ ਨੇ ਕੁਝ ਛੋਟਾ ਮੋਟਾ ਬੋਲਿਆ ਵੀ ਹੈਗਾ ਉਹਨੂੰ ਉਸ ਤਰੀਕੇ ਨਾਲ ਕਹਿ ਦਿਓ। ਉਹ ਬੋਲ ਕੇ ਗਏ ਕਿ ਅਸੀਂ ਜਿਹੜੀਆਂ ਜ਼ਿਆਦਾ ਉੱਥੇ ਇੱਥੋਂ ਦੇ ਲੋਕ ਗੱਲਾਂ ਕਰ ਰਹੇ ਆ ਭਾਰਤ ਵਿਰੁੱਧ ਜਾਂ ਕੈਨੇਡਾ ਦੇ ਵਿਰੁੱਧ, ਅਸੀਂ ਉਹਨਾਂ ਨੂੰ ਨਹੀਂ ਵਧਣ ਦੇਵਾਂਗੇ, ਅਸੀਂ ਉਹਨਾਂ ਨੂੰ ਸਨੱਬ ਕਰਾਂਗੇ। ਸਾਡੀਆਂ ਏਜੰਸੀਆਂ ਉਹਨਾਂ ਦੇ ਪਿੱਛੇ ਲੱਗੀਆਂ ਹੈਗੀਆਂ, ਪਰ ਕਿਸੇ ਨੂੰ ਅਸੀਂ ਸਜ਼ਾ ਨਹੀਂ ਦੇਵਾਂਗੇ ਇਸ ਤਰ੍ਹਾਂ ਦੀ ਜਿਹੜੀ ਮਾੜੀ। ਜੀ ਬਿਲਕੁਲ ਠੀਕ ਹੈ। ਔਰ ਇਹ ਜਿਹੜਾ ਰਵੱਈਆ ਹੈ ਨਾ, ਇਹ ਅਮਰੀਕਾ ਨੂੰ ਵੀ ਚਿੰਤਾ 'ਚ ਪਾਉਂਦਾ ਪਿਆ ਹੈ, ਬਰਤਾਨੀਆ ਨੂੰ ਵੀ, ਆਸਟ੍ਰੇਲੀਆ ਨੂੰ ਵੀ, ਭਾਰਤ ਨੂੰ ਤਾਂ ਪਾਉਂਦਾ ਹੀ ਪਿਆ। ਆਸਟ੍ਰੇਲੀਆ ਨਾਲ ਇਹਨਾਂ ਦੀ ਸੰਧੀ ਹੋਈ ਹੈ, ਕੈਨੇਡਾ ਦੀ ਔਰ ਆਸਟ੍ਰੇਲੀਆ ਦੀ ਆਪਸੀ, ਇਹਨਾਂ ਦੀ ਗੁਫੀਆ ਏਜੰਸੀਆਂ ਜਿਹੜੀਆਂ ਆਪੋ ਵਿੱਚ ਰਲ ਕੇ ਕੰਮ ਕਰਦੀਆਂ ਜੀ, ਆਸਟ੍ਰੇਲੀਆ ਔਰ ਕੈਨੇਡਾ ਦੀਆਂ। ਸੋ ਇਹ ਜਿਹੜੀ ਨਵੀਂ ਇੱਕ ਵਿਚਾਰਧਾਰਾ ਚੱਲ ਪਈ ਹੈ ਜੀ, ਇਹ ਮੰਨਿਆ ਇਹੀ ਜਾਂਦਾ ਹੈ ਕਿ ਕਿਸੇ ਦੇ ਹੱਕ ਵਿੱਚ ਵੀ ਸਹੀ ਨਹੀਂ ਹੈ, ਇਹ ਸਭ ਦੇ ਵਾਸਤੇ ਖਤਰਨਾਕ ਹੈ। ਹਾਂ, ਸੋ ਰਾਜਨੀਤੀ ਆਪਣੀ ਜਗ੍ਹਾ ਰਹਿ ਗਈ, ਪਰ ਜਿੱਥੇ ਅਸੀਂ ਗੱਲ ਕਰਦੇ ਹਾਂ ਨਾ ਕਿ ਮਨੁੱਖੀ ਭਾਈਚਾਰੇ ਦੀ, ਜਿਵੇਂ ਅਸੀਂ ਸ਼ੁਰੂਆਤ 'ਚ ਹੀ ਗੱਲ ਕੀਤੀ ਹੈ, ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ, ਇਹ ਉਸ ਦੇ ਵਿੱਚ, ਉਸ ਸੋਚ ਦੇ ਵਿੱਚ ਕੁੜੱਤਣ ਪਾਉਣ ਵਾਲੀ ਗੱਲ ਹੈ। ਜੀ ਜੀ। ਸੋ ਇਹ ਸਭ ਚੀਜ਼ਾਂ ਧਿਆਨ ਦੇਣੀਆਂ ਚਾਹੀਦੀਆਂ ਨੇ, ਕਿਉਂਕਿ ਰਾਜਨੀਤੀ, ਕੂਟਨੀਤੀ ਆਪਣੀ ਜਗ੍ਹਾ, ਪਰ ਜਦੋਂ ਮਾਨਵਤਾਵਾਦੀ ਸੋਚ ਦੇ ਨਾਲ ਅਸੀਂ ਚੱਲਣਾ ਹੈ ਤਾਂ ਹੀ ਅਸੀਂ ਗਲੋਬਲਾਈਜੇਸ਼ਨ ਦੇ ਸੁਪਨੇ ਨੂੰ ਔਰ ਗਲੋਬਲਾਈਜੇਸ਼ਨ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਾਂ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਇਧਰੋਂ ਪੰਜਾਬ ਦੀ ਧਰਤੀ ਤੋਂ ਵੀ ਇੱਕ ਬਿਆਨ ਆਉਂਦਾ ਹੈ, ਸੁਖਬੀਰ ਬਾਦਲ ਦੇ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਵੀ ਦੇ ਰਹੇ ਨੇ ਕਿ ਕੈਨੇਡਾ ਤੇ ਅਮਰੀਕਾ ਵਿਚਾਲੇ ਜਿਹੜੀ ਇੱਕ ਕੁੜੱਤਣ ਪੈਦਾ ਹੋ ਰਹੀ ਹੈ ਨਾ, ਇਹ ਇੱਕ ਚਿੰਤਾਜਨਕ ਹੈ। ਹਾਲਾਂਕਿ ਕੈਨੇਡਾ ਤੇ ਅਮਰੀਕਾ ਬਿਲਕੁਲ ਗੁਆਂਢੀ ਨੇ, ਜ਼ਰੂਰ, ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਗੁਆਂਢੀ ਨੇ। ਸਾਡੀ ਤਾਂ ਨਹੀਂ ਬਣਦੀ, ਪਰ ਇਹਨਾਂ ਦੀ ਤਾਂ ਬੜੀ ਬਣਦੀ ਹੈ। ਪਾਸਪੋਰਟ ਦੀ ਵੀ ਲੋੜ ਨਹੀਂ ਹੈ, ਇੱਕ ਸਿੰਪਲ ਜਿਹਾ ਬਾਰਡਰ ਹੈ, ਥੋੜੀ ਬਹੁਤ ਤਹਿਕੀਕਾਤ ਔਰ ਥੋੜੇ ਬਹੁਤ ਦਸਤਾਵੇਜ਼ ਦੇਖ ਕੇ ਆ ਜਾ ਸਕਦੇ ਨੇ। ਸ਼ਾਪਿੰਗ ਕਰਨ ਵਾਸਤੇ ਰੋਜ਼ ਅਮਰੀਕਾ ਤੋਂ ਕੈਨੇਡਾ ਤੇ ਸ਼ਟਲ ਉੱਥੇ ਆ ਜਾਂਦੇ ਆ, ਅਮਰੀਕਾ ਜਾਂਦੇ ਨੇ। ਸੋ ਇਹ ਕੁੜੱਤਨ ਜਿਹੜੀ ਹੈ, ਕੋਈ ਦੀਵਾਰ ਨਹੀਂ, ਕੋਈ ਤਾਰ ਨਹੀਂ, ਕੁਝ ਨਹੀਂ ਹੈਗਾ। ਉਹ ਬਹੁਤ ਲੋਕ ਇਸ ਤਰ੍ਹਾਂ ਕਰਦੇ, ਜਿੰਦੇ ਵੀਡੀਓ ਦਿਖਾਉਂਦੇ, ਇੱਕ ਲੱਤ ਉੱਧਰ ਰੱਖ ਲੈਂਦੇ, ਇੱਕ ਇੱਧਰ ਆਉਂਦੇ, ਆ ਜੇ ਕੈਨੇਡਾ ਤਾਂ ਆ ਜੇ ਅਮਰੀਕਾ। ਆਪੋ ਵਿੱਚ ਜਿਨ੍ਹਾਂ ਦੇ ਜਿਹੜੇ ਤਲੁਕਾਤ ਆ ਬਹੁਤ ਅੱਛੇ ਆ, ਔਰ ਜੋ ਸਾਡੀ ਸਿਆਸਤ ਦੀ ਸੀ ਜਾਂ ਸਾਡਾ ਵਿਦੇਸ਼ੀ ਸੰਬੰਧ ਸੀਗੇ, ਜੋ ਫੋਰਨ ਮਿਨਿਸਟਰੀ ਕਹਿ ਰਹੀ ਹੈ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੁੜੱਤਣ ਨਹੀਂ ਸੀਗੀ। ਪਰ ਹੁਣ ਜਿਹੜੇ ਦੋ ਲੀਡਰ ਨੇ, ਜਿਹਦੇ ਵਿੱਚ ਅਕਾਲੀ ਨੇਤਾ ਸੁਖਬੀਰ ਬਾਦਲ ਨੇ ਔਰ ਕਾਂਗਰਸ ਦੇ ਰਹਿ ਚੁੱਕੇ ਮੁੱਖ ਮੰਤਰੀ ਪੰਜਾਬ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇ ਸਾਡੇ ਇਹਨਾਂ ਕੰਮਾਂ ਦੇ ਵਿੱਚ ਕੋਈ ਕੁੜੱਤਣ ਰਹਿ ਜੂਗੀ, ਜਾਂ ਜੋ ਐਲਾਨਨਾਮਾ ਜਸਟਨ ਟਰੂਡੋ ਵੱਲੋਂ ਹੋਇਆ, ਇਹ ਬਹੁਤੀ ਜਿਹੜੀ ਹੈਗੀ ਆ, ਜਿਹੜੀ ਖੁਸ਼ਖਬਰੀ ਨਹੀਂ ਨੂੰ ਕਹਿ ਸਕਦੇ, ਇਹਦੇ ਵਿੱਚ ਬਹੁਤ ਜ਼ਿਆਦਾ ਟਕਰਾਅ ਵਾਲੀ ਗੱਲ ਵੀ ਹੋ ਸਕਦੀ ਹੈ। ਔਰ ਸਾਨੂੰ ਜਿਹੜਾ ਹੈਗਾ ਉਹਨਾਂ ਨਾਲ ਦੁਵੱਲੇ ਦੁਬਾਰਾ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਤਾਂ ਕਿ ਮੋਦੀ ਸਾਹਿਬ ਨੂੰ ਇਹਨਾਂ ਨੇ ਕਿਹਾ ਕਿ ਇੱਧਰੋਂ ਕੋਈ ਬਿਆਨ ਦੇਣਾ ਚਾਹੀਦਾ ਉਹਨਾਂ ਦੇ ਨਾਲ, ਕਿ ਜੋ ਵੀ ਸਾਡੇ ਸ਼ਰਨਾਰਥੀ ਬੈਠੇ ਨੇ ਲੋਕ, ਜਾਂ ਸਾਡੇ ਮੁੰਡੇ ਵਿਦਿਆਰਥੀ ਵੀਜ਼ੇ 'ਤੇ ਬੈਠੇ ਨੇ, ਉਹਨਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ। ਜੇ ਹੈਗਾ ਤਾਂ ਸਿਆਸਤ ਹੈਗੀ, ਸਿਆਸਤ ਨੂੰ ਅਸੀਂ ਉਸ ਦਿਸ਼ਾ ਵੱਲ ਨਾ ਜਾਈਏ, ਉਹਨੂੰ ਰੋਕ ਲਈਏ। ਔਰ ਜਿਹਦੇ ਵਿੱਚ ਕੁਝ ਜਥੇਬੰਦੀਆਂ ਬੈਠੀਆਂ ਨੇ, ਚਾਹੇ ਇੰਡੀਆ ਦੀਆਂ ਜਾਂ ਬਾਹਰੋਂ ਦੀਆਂ ਹੈਗੀਆਂ, ਤੁਹਾਡੀਆਂ ਏਜੰਸੀਆਂ ਨੂੰ ਪਤਾ ਹੀ ਹੈਗਾ, ਔਰ ਉਹਨਾਂ ਦੀ ਜਿਹੜੀ ਵੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ, ਤੁਹਾਨੂੰ ਹੀ ਆ, ਔਰ ਇੰਡੀਆ ਵੀ ਕਰੇਗਾ। ਔਰ ਜਿਹਦੇ ਵਿੱਚ ਅੱਗੇ ਵੀ ਕੁਝ ਗਿਆ ਸੀਗਾ, ਜਿੱਦਾਂ ਗੋਲਡੀ ਬਰਾੜ ਦਾ ਨਾਂ ਲੱਗਦਾ ਸੀ ਕਿ ਉੱਥੇ ਬੈਠਾ ਹੈਗਾ, ਔਰ ਉਹਦੇ ਤੋਂ ਜਿਹੜਾ ਬਰਜੇਸ਼ ਮਿਸ਼ਰਾ ਉਹ ਉੱਥੇ ਬੈਠਾ ਸੀ, ਉਹਦੇ 'ਚ ਵੀ ਉਹਨਾਂ ਨੇ ਵੀ ਉੱਥੇ ਬੜਾ ਕੁਝ ਕੀਤਾ। ਇਹਦੋਂ ਪਹਿਲਾਂ ਕਈ ਜਹਾਜ਼ ਵੀ ਜਿਹੜੇ ਸੀ ਹਾਈਜੈਕ ਕਰਕੇ ਲੈ ਗਏ ਸੀ ਉੱਥੇ 1984 ਦੇ ਟਾਈਮ 'ਤੇ, ਉਦੋਂ ਵੀ ਰਿਹਾ ਬੜਾ ਕੁਝ। ਬਾਹਰਲੇ ਦੇਸ਼ਾਂ ਨੂੰ ਕਈ ਵਾਰੀ ਬੁਨਿਆਦੀ ਤੌਰ 'ਤੇ ਦਖਲਅੰਦਾਜ਼ੀ ਕਰਨੀ ਪੈਂਦੀ ਹੈ ਕਿ ਸਾਡੇ ਜਿਹੜੇ ਇੰਡੀਅਨ ਲੋਕ ਨੇ ਭੱਜਦੇ ਉੱਧਰ ਨੂੰ ਹੈਗੇ, ਔਰ ਉੱਥੇ ਜਾ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਹੜਤਾਲ ਕਰਾਉਂਦੇ ਆ, ਕਈ ਤਰ੍ਹਾਂ ਦੇ ਜਿਹੜੇ ਉੱਥੇ ਜੋਖਮ ਭਰੇ ਕੰਮ ਕਰਦੇ ਆ। ਔਰ ਪਿਛਲਾ ਇਤਿਹਾਸ ਫੋਲੋ, ਇਹਦੇ ਵਿੱਚ ਇਹੀ ਕੁਝ ਹੋਇਆ, ਤਾਂ ਹੁਣ ਫਿਰ ਅਸੀਂ ਉਹਦੇ ਵੱਲ ਵੱਧ ਰਹੇ ਹਾਂ। ਔਰ ਕੋਈ ਵੀ ਦੰਗੇ ਫਸਾਦਾਂ ਤੋਂ ਦੂਰ ਰਹਿਣ ਲਈ ਸਾਡੇ ਇੰਡੀਆ ਦੀ ਜਿਹੜੀਆਂ ਖੁਫੀਆ ਏਜੰਸੀਆਂ ਨੇ, ਸਾਡੀ ਸਿਆਸਤ ਹੈਗੀ ਹੈ, ਫੋਰਨ ਮਿਨਿਸਟਰੀ ਮੰਤਰੀ ਹੈਗੇ ਨੇ, ਮਿਨਿਸਟਰੀ ਹੈਗੀ ਹੈ ਜੈ ਸ਼ੰਕਰ ਜੀ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਔਰ ਸਾਡੇ ਫੋਰਨ ਸੈਕਟਰੀ ਨੇ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਜੇ ਅਸੀਂ ਇਹਨਾਂ ਨੂੰ ਇੱਥੇ ਰੋਕ ਲਵਾਂਗੇ ਹੈ ਨਾ, ਫਿਰ ਤਾਂ ਕੋਈ ਗੱਲ ਨਹੀਂ। ਫਿਰ ਕਈ ਵਾਰੀ ਜਿਹੜੀ ਹੈਗੀ ਹੈ, ਇੱਕ ਮਾੜੀ ਜਿਹੀ ਜਿਹੜੀ ਚਿਣਗ ਦਾ ਹੀ ਭਾਂਬੜ ਬਣ ਜਾਂਦਾ, ਉਹਨੂੰ ਰੋਕਣ ਲਈ ਸਾਨੂੰ ਚਾਹੀਦਾ ਹੈਗਾ ਕਿ ਹੁਣ ਇਹਦੇ ਵਿੱਚ ਗੱਲ, ਕਿਉਂਕਿ ਕੈਨੇਡਾ ਨਾਲ ਜਿਹੜੇ ਸਾਡੇ ਸੰਬੰਧ ਨੇ, ਅਮਰੀਕਾ ਨਾਲ ਜੋ ਸੰਬੰਧ ਨੇ, ਉਹ ਬਹੁਤ ਹੀ ਭਰਪੂਰ ਔਰ ਸ਼ਲਾਘਾਯੋਗ ਨੇ। ਔਰ ਉਹਨਾਂ ਨੂੰ ਸੰਬੰਧਾਂ ਨੂੰ ਅਸੀਂ ਹੋਰ ਪਰਪੱਕ ਕਰੀਏ, ਹੋਰ ਪਿਆਰ ਭਰੇ ਕਰੀਏ। ਇਹ ਸੰਬੰਧਾਂ ਦੇ ਵਿੱਚੋਂ ਜੋ ਕੁਝ ਸਾਨੂੰ ਚੰਗਾ ਮਿਲਦਾ ਹੈਗਾ, ਸਾਡੇ ਬੱਚੇ ਉੱਥੇ ਰੁਜ਼ਗਾਰ ਲੈ ਰਹੇ ਨੇ, ਸਾਡੇ ਬੱਚੇ ਹਾਇਰ ਸਟੱਡੀ ਲਈ ਬੈਠੇ ਨੇ, ਸਾਡੇ ਸਿਆਸਤਦਾਨ, ਸਾਡੇ ਹੋਰ ਵੀ ਸਫਾਰਤਖਾਨੇ ਸਾਡੇ ਉੱਥੇ ਨੇ, ਔਰ ਸਾਡੇ ਕੁੜੀਆਂ, ਸਾਡੀਆਂ ਬੇਟੀਆਂ ਇੱਥੇ, ਧੀਆਂ ਸਾਡੀਆਂ ਉੱਥੇ ਬੈਠੀਆਂ ਨੇ। ਸਾਨੂੰ ਉਹਨਾਂ ਨਾਲ ਕੋਈ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੀਦੀ। ਸਾਡਾ ਅੱਧਾ ਪਰਿਵਾਰ ਤਾਂ ਉੱਥੇ ਹੈ। ਤੁਸੀਂ ਜੇ ਪ੍ਰਵਾਸ ਦੀ ਗੱਲ ਕਰੋਗੇ ਜਾਂ ਇਮੀਗ੍ਰੇਸ਼ਨ ਦੀ ਗੱਲ ਕਰੋਗੇ, ਤਾਂ ਸਭ ਤੋਂ ਵੱਧ ਪੰਜਾਬ ਤੋਂ ਗਏ, ਪੰਜਾਬ ਦੇ ਲੋਕ ਉੱਥੇ ਬੈਠੇ ਨੇ, ਔਰ ਪੰਜਾਬ ਦੀ ਸਿਆਸਤ ਨੂੰ ਵੀ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ।
ਭਗਵੰਤ ਮਾਨ ਜੀ ਨੂੰ ਵੀ ਕੋਈ ਬਿਆਨ ਦੇਣਾ ਚਾਹੀਦਾ ਕਿ ਕੈਨੇਡਾ ਨਾਲ ਸਾਡੇ ਸਬੰਧ ਜਿਹੜੇ ਹੈਗੇ ਆ, ਕੇਂਦਰ ਨੂੰ ਵੀ ਪਤਾ ਹੈਗਾ ਔਰ ਫੋਰਨ ਮਿਨਿਸਟਰੀ ਨੂੰ ਪਤਾ ਹੈਗਾ, ਸਾਡੇ ਦਵੱਲੇ ਸਬੰਧ ਹੈ, ਪਿਆਰ ਵਾਲੇ ਆ, ਮੁਹੱਬਤ ਵਾਲੇ ਆ। ਅਸੀਂ ਇਹਦੇ ਵਿੱਚ ਕੋਈ ਨਹੀਂ ਗੱਲ ਕਰਾਂਗੇ। ਜਿਹੜਾ ਗਲਤ ਬੰਦਾ ਉਹਨੂੰ ਤਾਂ ਠੀਕ ਕਰਨ ਲਈ ਸਾਰੀਆਂ ਏਜੰਸੀਆਂ ਬੈਠੀਆਂ, ਉਹਦੇ ਵਿੱਚ ਪੋਲੀਟੀਕਲ ਲੀਡਰ ਕਿਉਂ ਬੋਲਦੇ ਆ? ਜਿਹੜੀਆਂ ਏਜੰਸੀਆਂ ਜਿਹੜੀ ਨੌਕਰੀ ਕਰ ਰਹੇ ਨੇ, ਜਿਹੜੇ ਤਨਖਾਹਾਂ ਲੈ ਰਹੇ, ਉਹ ਉਹਨਾਂ ਨੂੰ ਸਜ਼ਾ ਦੇ ਸਕਦੇ ਆ। ਔਰ ਜੇ ਕਿਤੇ ਜਦੋਂ ਮੀਟਿੰਗ ਦੀ ਗੱਲ ਹੁੰਦੀ ਤਾਂ ਫਿਰ ਫੋਰਨ ਸੈਕਟਰੀ, ਫੋਰਨ ਮਿਨਿਸਟਰ ਔਰ ਉਹ 'ਚ ਸਾਰੇ ਜਿਹੜੇ ਲੋਕ ਨੇ ਬੈਠ ਕੇ ਗੱਲ ਕਰਦੇ ਆ ਇਸ ਗੱਲ ਨੂੰ। ਇਹ ਕਿਉਂਕਿ ਇਸ ਵੇਲੇ ਬਹੁਤ ਜਿਹੜੀ ਹੈਗੀ ਆ ਦਿਸ਼ਾਹੀਣ ਹੋ ਰਿਹਾ, ਹੋਰ ਪਾਸੇ ਨੂੰ ਜਾ ਰਿਹਾ। ਇਹਨੂੰ ਚੰਗਾ ਮਾਰਗਦਰਸ਼ਨ ਦੇ ਕੇ ਇਸ ਗੱਲ ਨੂੰ ਜਿਹੜਾ ਹੈਗਾ ਮੋੜ ਲੈਣਾ ਚਾਹੀਦਾ ਗਲਤ ਪਾਸੇ। ਬਿਲਕੁਲ ਮੋੜ ਲੈਣਾ ਚਾਹੀਦਾ, ਕਿਉਂਕਿ ਪਹਿਲਾਂ ਵੀ ਬਹੁਤ ਗਲਤੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ। ਉਹਨਾਂ ਗਲਤੀਆਂ ਨੂੰ ਨਾ ਦੁਹਰਾਈਏ ਤੇ ਵਧੀਆ, ਕਿਉਂਕਿ ਜੇ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਫਿਰ ਕੁੜੱਤਣ ਆਏਗੀ। ਸਹੀ ਗੱਲ। ਇਸ ਕਰਕੇ ਇਤਿਹਾਸ ਦੀ ਗੱਲ ਨਾ ਛੇੜੋ, ਉੱਥੋਂ ਜੋ ਸਿੱਖਿਆ ਹੈ ਉਹਨੂੰ ਲੈ ਕੇ ਅੱਜ ਨੂੰ ਦੇਖੋ, ਕਿਉਂਕਿ ਫਿਊਚਰ ਬੜਾ ਖਤਰਨਾਕ ਹੋਣ ਜਾ ਰਿਹਾ ਜੇ ਅਸੀਂ ਇਹਨਾਂ ਕੰਮਾਂ 'ਤੇ ਚੱਲਾਂਗੇ। ਸੁਸਾਇਟੀ ਵੀ ਤਬਾਹ ਹੋ ਰਹੀ ਹੈ ਤੇ ਜੰਗਾਂ ਤਾਂ ਅੱਗੇ ਲੱਗੀਆਂ ਹੀ ਹੋਈਆਂ ਨੇ, ਨਿਊਕਲੀਅਰ ਵੈਪਨਸ ਵੀ ਲੈ ਕੇ ਬੈਠੇ ਹੋਏ ਨੇ, ਉਹ ਵੀ ਨਾਲ ਪੰਗੇ ਪਏ ਹੋਏ ਨੇ, ਤੇ ਨਾਲ ਇੱਧਰ ਦੇ ਇਹ ਵੀ ਸ਼ੁਰੂ ਹੋ ਗਏ ਪੰਗੇ ਨਾਲ, ਤੇ ਫਿਰ ਕੰਮ ਬੜਾ ਖਰਾਬ ਹੋ ਜਾਣਾ, ਕਿਸੇ ਪਾਸਿਓਂ ਨਹੀਂ ਸੰਭਲਣਾ। ਔਰ ਹਜੇ ਤਾਂ ਫਿਰ ਵੀ ਅੰਡਰ ਕੰਟਰੋਲ ਹੈਗਾ, ਪਰ ਜੇ ਇਹ ਕਿਤੇ ਹੱਥੋਂ ਨਿਕਲ ਗਿਆ ਤੇ ਸਾਰੀ ਗੇਮ ਓਵਰ ਹੋ ਜਾਣੀ ਹੈ। ਉਹ ਬਾਕੀ ਇਹ ਸੂਝਵਾਨ ਨੇ, ਇਹਨਾਂ ਨੂੰ ਪਤਾ ਹੈ ਗੇਮ ਕਿੱਦਾਂ ਸੰਭਾਲਣੀ ਹੈ, ਕਿੱਦਾਂ ਇਸ ਮੈਟਰ ਨੂੰ ਹੈਂਡਲ ਕਰਨਾ ਹੈ। ਦੇ ਨੋ ਈਚ ਐਂਡ ਐਵਰੀਥਿੰਗ। ਪਰ ਫਿਰ ਵੀ ਆਮ ਜਨਤਾ, ਆਮ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਆ ਜਾਂਦੇ ਨੇ ਕਿ ਬਣਨਾ ਤਾਂ ਕੀ ਬਣਨਾ, ਕਿਉਂਕਿ ਬੱਚਿਆਂ ਦੇ ਭਵਿੱਖ ਦਾ ਵੀ ਸਵਾਲ ਹੈ। ਸਹੀ ਗੱਲ। ਔਰ ਆਉਣ ਵਾਲੀਆਂ ਜਨਰੇਸ਼ਨਸ ਨੇ ਅੱਗੇ ਕਿਹੜੇ ਕੰਮ ਕਰਨੇ ਨੇ ਉਹਨਾਂ ਦਾ ਵੀ ਸਵਾਲ ਹੈ, ਉਹਨਾਂ ਦੀਆਂ ਸਕਿੱਲਸ ਦਾ, ਉਹਨਾਂ ਦੇ ਟੈਲੈਂਟ ਦਾ ਸਵਾਲ ਹੈ ਕਿ ਕਿੱਦਾਂ ਉਹਨਾਂ ਨੇ ਇਕਨੋਮੀ ਨੂੰ ਖੜਾ ਕਰਨਾ ਤੇ ਆਪਣਾ ਜੀਵਨ ਬਣਾਉਣਾ ਹੈ। ਇੱਕ ਗੱਲ ਹੋਰ ਜੋੜ ਕੇ ਆਪਾਂ ਆਪਣੇ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਮੈਂ ਉਹਦੇ 'ਤੇ ਹੀ ਫਿਰ ਦੁਬਾਰਾ ਆ ਰਿਹਾ। ਜਿਸ ਤਰ੍ਹਾਂ ਰਿਸ਼ੀ ਸੁਨਕ ਤੇ ਉੱਥੋਂ ਦੇ ਜਿਹੜੀ ਸਿਆਸਤ ਆ, ਉਹ ਵੀ ਇਸ ਗੱਲ 'ਤੇ ਥੋੜ੍ਹਾ ਉਹਨਾਂ ਦਖਲਅੰਦਾਜ਼ੀ ਕੀਤੀ ਆ। ਆਸਟ੍ਰੇਲੀਆ ਨੇ ਵੀ ਤੁਸੀਂ ਗੱਲ ਕੀਤੀ ਕਿ ਆਸਟ੍ਰੇਲੀਆ ਵੀ ਵਿੱਚ ਹੈਗਾ ਉਹਦੇ, ਅਮਰੀਕਾ ਔਰ ਇਸ ਤਰ੍ਹਾਂ ਦੇ 5-4 ਜਿਹੜੇ ਸੁਪਰ ਕੰਟਰੀ ਨੇ ਉਹ ਵੀ ਇਸ ਗੱਲ ਦੇ ਵਿੱਚ ਆਣ ਜੁਟੇ ਨੇ। ਔਰ ਜੇ ਕੈਨੇਡਾ ਨਾਰਾਜ਼ ਹੁੰਦਾ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਸਿਆਸਤ ਮਗੀ ਹੈਗੀ ਆ ਉਹ ਵੀ ਸਾਡੇ ਉਲਟ ਹੋ ਸਕਦੀ ਹੈ। ਔਰ ਸਾਨੂੰ ਜਿਹੜੇ ਸੁਪਰ ਕੰਟਰੀ ਨੇ ਉਹਨਾਂ ਨਾਲ ਸੰਬੰਧ ਵਧੀਆ ਬਣਾਉਣੇ ਚਾਹੀਦੇ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕੈਨੇਡਾ ਅਮਰੀਕਾ ਦੇ ਵਿੱਚ ਸ਼ਾਪਿੰਗ ਹੁੰਦੀ ਆਉਂਦੇ ਜਾਂਦੇ ਹੈਗੇ, ਇਹਨਾਂ ਦਾ ਕੁਝ ਉਹਨਾਂ ਦਾ ਪਿਆਰ ਹੈਗਾ। ਤੇ ਜੇ ਅਸੀਂ ਕੈਨੇਡਾ ਨਾਲ ਨਾਰਾਜ਼ਗੀ ਜ਼ਾਹਰ ਕਰਾਂਗੇ ਤਾਂ ਅਮਰੀਕਾ ਫਿਰ ਵੀ ਸਾਡੇ ਨਾਲ ਉੱਥੇ ਹੀ ਆ ਜਾਊਗਾ, ਕਿਉਂਕਿ ਦੋਨਾਂ ਦੇਸ਼ਾਂ ਵਿੱਚ ਇਲੈਕਸ਼ਨ ਵੀ ਆ ਰਹੀ ਹੈ। ਔਰ ਰਿਸ਼ੀ ਸੁਨਕ ਭਾਰਤੀ ਮੂਲ ਦੇ ਸ਼ਖਸ ਨੇ, ਸ਼ਖਸੀਅਤ ਨੇ। ਜੇ ਅਸੀਂ ਉਹਨਾਂ ਨਾਲ ਨਾਰਾਜ਼ਗੀ ਕਰਾਂਗੇ, ਉਹ ਹੁਣੇ ਆਏ ਇੱਥੇ ਮੰਦਰਾਂ 'ਚ ਮੱਥਾ ਟੇਕਿਆ G26 ਸੰਮੇਲਨ ਦੇ ਵਿੱਚ, ਉਹਨਾਂ ਦੀ ਵਾਈਫ ਨਾਲ ਆਏ ਆ। ਉਹਨਾਂ ਨੂੰ ਆਪਣਾ ਦੇਸ਼ ਵੱਡਾ ਸੁਪਨਾ ਲੱਗਿਆ। ਉਹਨਾਂ ਨੇ ਕਿਹਾ ਕਿ ਮੈਂ ਇੱਥੋਂ ਪੜ੍ਹਿਆ, ਇੱਥੋਂ ਹੀ ਸਾਰਾ ਕੁਝ ਵੱਡਾ ਹੋ ਕੇ ਗਿਆ ਵਾਂ, ਮੈਨੂੰ ਇਹਨਾਂ ਦੀ ਧਰਤੀ ਨਾਲ, ਇਸ ਮਿੱਟੀ ਨਾਲ ਬਹੁਤ ਪਿਆਰ ਮੁਹੱਬਤ ਆ। ਅਸੀਂ ਇਹਨਾਂ ਗੱਲਾਂ ਨੂੰ ਅੱਗੇ ਲੈ ਕੇ ਆ। ਜਦੋਂ ਇੱਕ ਨਾਰਾਜ਼ ਹੁੰਦਾ ਤਾਂ ਫਿਰ ਅਸੀਂ ਬਾਕੀਆਂ ਨੂੰ ਨਾਰਾਜ਼ ਨਾ ਕਰੀਏ ਔਰ ਅਸੀਂ ਦੁਬਾਰਾ ਉਸੇ ਖਿੱਤੇ ਵਿੱਚ, ਉਸੇ ਧਰਤੀ 'ਤੇ, ਉਸੇ ਲਾਈਨ 'ਤੇ ਲਿਆ ਕੇ ਉਹਨਾਂ ਨਾਲ ਗੱਲ ਵਕੜੀ ਪਾ ਕੇ ਤੇ ਫਿਰ ਉਸੇ ਤਰ੍ਹਾਂ ਦਾ ਮਾਹੌਲ ਸਿਰਜਦੀ ਹੈ। ਬਿਲਕੁਲ ਠੀਕ ਗੱਲ ਕਹਿ ਰਹੇ ਹੋ ਜੀ। ਹੁਣ ਆਪਾਂ ਭਾਰਤ ਦੀ ਧਰਤੀ ਤੇ ਆਉਂਦੇ ਹਾਂ। ਜ਼ਰੂਰ। ਮਨੀਪੁਰ ਦੇ ਵਿੱਚ ਅਸੀਂ ਦੇਖਿਆ ਕਿ ਪਿਛਲੇ ਦਿਨੀ ਜੋ ਕੁਝ ਹਿੰਸਾ ਹੋਈ, ਨਿਰਾਦਰੀ ਹੋਈ ਔਰਤਾਂ ਦੀ, ਉਹ ਚੀਜ਼ ਪੂਰੀ ਦੁਨੀਆ ਦੀ ਚਰਚਾ ਦਾ ਵਿਸ਼ਾ ਬਣੀ ਆ। ਹੁਣ ਮਾਨਵ ਅਧਿਕਾਰ ਆਯੋਗ ਦੀ ਇੱਕ ਟੀਮ ਜਾ ਰਹੀ ਹੈ ਮਨੀਪੁਰ ਔਰ ਇਹ ਸਾਰਾ ਦੌਰਾ ਕਰੇਗੀ, ਸਰਵੇਖਣ ਕਰੇਗੀ। ਸਰਵੇ ਕਰਨ ਤੋਂ ਬਾਅਦ ਆਪਣੀ ਰਿਪੋਰਟ ਭਾਰਤ ਸਰਕਾਰ ਨੂੰ, ਗਵਰਨਮੈਂਟ ਆਫ ਇੰਡੀਆ ਨੂੰ ਸੌਂਪੇਗੀ ਔਰ ਉਸ ਤੋਂ ਬਾਅਦ ਦੇਖੋ ਅੱਗੇ ਕੀ ਕਾਰਵਾਈ ਹੁੰਦੀ ਹੈ। ਪਹਿਲਾਂ ਤਾਂ ਇਹ ਹੈ ਕਿ ਜਿਹੜੀ ਇਹ ਟੀਮ ਚੱਲੀ ਹੈ ਇਹ ਕੀ ਕਾਰਗੁਜ਼ਾਰੀ ਕਰਕੇ ਆਉਂਦੀ ਹੈ। ਹਾਲਾਂਕਿ ਰਿਜ਼ਲਟਸ ਤਾਂ ਸਭ ਦੇ ਸਾਹਮਣੇ ਨੇ, ਮੀਡੀਆ ਦੇ ਵਿੱਚ ਸਭ ਕੁਝ ਸਾਰਿਆਂ ਦੇ ਸਾਹਮਣੇ, ਪੂਰੀ ਦੁਨੀਆ ਦੇ ਵਿੱਚ ਸਭ ਕੁਝ ਸਾਹਮਣੇ ਹੈ। ਹੁਣ ਇਹਨਾਂ ਦੀ ਰਿਪੋਰਟ ਕਿੰਨੀ ਕੁ ਸੋਲਿਡ ਹੁੰਦੀ ਹੈ, ਕਿਹਦੇ ਪੱਖ 'ਚ ਹੈ ਤੇ ਕਿਹਦੇ ਖਿਲਾਫ ਹੈ, ਇਹ ਚੀਜ਼ਾਂ ਸਾਹਮਣੇ ਆਉਣਗੀਆਂ। ਹਾਲਾਂਕਿ ਦੌਰ ਤਾਂ ਇੱਥੋਂ ਤੱਕ ਚੱਲ ਪਿਆ ਉੱਥੇ ਕਿ ਉਹ ਸੈਪਰੇਟ ਲੈਂਡ ਮੰਗਣ ਲੱਗ ਪਏ ਨੇ ਕਿ ਸਾਨੂੰ ਤੋੜ ਕੇ ਇੱਕ ਨਵਾਂ ਹਿੱਸਾ ਦੇ ਦਿਓ, ਅਸੀਂ ਇਹਨਾਂ ਨਾਲ ਨਹੀਂ ਰਹਿਣਾ ਚਾਹੁੰਦੇ। ਦੋਵਾਂ ਜਾਤੀਆਂ ਦਾ ਟਕਰਾਓ, ਇੱਥੇ ਤੱਕ ਤੇ ਨੌਬਤ ਆ ਚੁੱਕੀ ਹੈ। ਹੁਣ ਇਹ ਟੀਮ ਕੀ ਕਰਦੀ ਹੈ, ਇਹ ਦੇਖਣ ਵਾਲੀ ਗੱਲ ਹੈ। ਰੀਸੈਂਟਲੀ ਜਿਹੜੀ ਰਿਪੋਰਟ ਆ ਕੇਂਦਰ ਵੱਲੋਂ ਔਰ ਸੂਬੇ ਵੱਲੋਂ, ਇਹਨਾਂ ਨੂੰ ਮਾਨਵ ਅਧਿਕਾਰ ਜਿਹੜੇ ਹੈਗਾ ਹਿਊਮਨ ਰਾਈਟਸ ਆਯੋਗ ਹੈ, ਕਮਿਸ਼ਨ ਹੈ, ਇਹਨਾਂ ਨੂੰ ਸੌਂਪੀ ਗਈ ਹੈ। ਇਹਨਾਂ ਨੇ ਤੇ ਸਟੱਡੀ ਕੀਤੀ ਹੈ। ਉਹ ਰਿਪੋਰਟ ਜਿਹੜੀ ਹੈ A to Z, ਕਿਉਂ ਉੱਥੇ ਸਾਰਾ ਕੁਝ ਹਿੰਸਾ ਹੋਈ ਔਰ ਉੱਥੋਂ ਦੇ ਜਿਹੜੇ ਆਦਿਵਾਸੀ ਨੇ ਉਹਨਾਂ ਦਾ ਆਪਸੀ ਟਕਰਾਅ ਕਿਉਂ ਵੱਧਦਾ ਸਿਆਸਤ ਵੱਲ ਆ ਗਿਆ ਜੀ। ਔਰ ਉਹਦੇ ਵਿੱਚ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਬਰੇਨ ਸਿੰਘ ਜੀ, ਉਹਨਾਂ ਦੀ ਦਖਲਅੰਦਾਜ਼ੀ ਕਿਉਂ ਘਟ ਰਹੀ ਔਰ ਉਹਦੇ ਵਿੱਚ ਸਾਡੇ ਗ੍ਰਹਿ ਮੰਤਰੀ ਗਏ ਔਰ ਉਦੋਂ ਬਾਅਦ ਬਾਕੀ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਦਾ ਕਿੰਨਾ ਕੰਟਰੀਬਿਊਸ਼ਨ ਰਿਹਾ, ਕੀ ਕੁਛ ਕੀਤਾ, ਉਹਨਾਂ ਦਾ ਐਨਾਲਿਸਿਸ ਕੀਤਾ, ਇੱਕ ਟੀਮ ਬਣਾ ਦਿੱਤੀ ਹੈ। ਔਰ ਉਹ ਟੀਮ ਨੂੰ ਇਹਨਾਂ ਨੇ ਹੁਕਮ ਕਰਤੇ ਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਉੱਥੋਂ ਦਾ ਦੌਰਾ ਕਰੇਗੀ ਔਰ ਉੱਥੇ ਜਾ ਕੇ ਮੈਨ ਟੂ ਮੈਨ ਮਿਲੇਗੀ ਔਰ ਉੱਥੋਂ ਦੀ ਸਥਿਤੀ ਨੂੰ ਆਪਣੇ ਧਿਆਨ ਗੋਚਰ ਕਰੇਗੀ ਕਿ ਇਹਦੇ ਵਿੱਚ ਕੀ ਲੋਕਾਂ ਨਾਲ ਹੋਇਆ, ਕਿਉਂ ਹੋਇਆ।
ਕਿਉਂਕਿ ਜਦੋਂ ਅਸੀਂ ਕੋਈ ਸਰਵੇ ਕਰਦੇ ਹਾਂ, ਜਦੋਂ ਉੱਥੋਂ ਦੇ ਲੋਕਾਂ ਕੋਲ ਚਲੇ ਜਾਂਦਾ, ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਖੁਦ ਗਏ ਉੱਥੇ ਔਰ ਉਹਨਾਂ ਨੇ ਲੋਕਾਂ ਤੋਂ ਵੀ ਬਿਆਨਬਾਜ਼ੀ ਸੁਣੀਆਂ, ਗੱਲਾਂ ਸੁਣੀਆਂ। ਇਹ ਹੁਣ ਜਿਹੜੀ ਹਿਊਮਨ ਰਾਈਟਸ ਕਮਿਸ਼ਨ ਦੇ ਲੋਕ ਜਾ ਰਹੇ ਨੇ, ਕਮੇਟੀ ਜਾ ਰਹੀ ਆ, ਟੀਮ ਜਾ ਰਹੀ ਆ, ਉਹ ਹੁਣ ਸਾਰਾ ਸਰਵੇ ਕਰਨਗੇ ਕੀ ਕੁਝ ਹੋਇਆ। ਇਹ ਬਹੁਤ ਵੱਡੀ ਖਬਰ ਹੈ, ਅੱਛੀ ਖਬਰ ਹੈ ਕਿ ਜੋ ਫਿਰ ਉਸ ਤਰ੍ਹਾਂ ਦਾ ਜੇ ਕੋਈ ਗਲਤ ਹੈਗਾ ਜਾਂ ਕਿਤੇ ਹੋਏਗਾ ਉਹਨੂੰ ਇਹ ਪੁੱਠਾ ਵੀ ਟੰਗਣਗੇ। ਹਿਊਮਨ ਰਾਈਟਸ ਕੋਲ ਤਾਕਤ ਹੈਗੀ ਆ ਉਹਨਾਂ ਨੂੰ ਅਰੈਸਟ ਕਰਨ ਦੀ ਵੀ, ਉਹਨਾਂ ਨੂੰ ਫੜਨ ਦੀ ਵੀ, ਉਹਨਾਂ ਨੂੰ ਸਾਰਾ ਕੁਝ ਕਰਨ ਦੀ। ਔਰ ਇਹ ਸਾਰੇ ਦਾ ਸਾਰਾ ਸੱਚ ਨਿਤਾਰਨ ਲਈ ਇਹ ਉੱਥੇ ਟੀਮ ਭੇਜ ਰਹੇ ਆ। ਇਹਦੇ ਵਿੱਚ ਮੇਰਾ ਖਿਆਲ ਹੁਣ ਹਿੰਸਾ ਵੀ ਥੋੜ੍ਹੀ ਰੋਗੀ ਹੈ। ਉਹਨਾਂ ਨੂੰ ਜੇ ਨਿਊਜ਼ ਦਾ ਪਤਾ ਲੱਗ ਗਿਆ ਜਾਂ ਪਤਾ ਲੱਗਾ ਹਿਊਮਨ ਰਾਈਟਸ ਦੀ ਟੀਮ ਆ ਰਹੀ ਹੈ ਕਿ ਅਸੀਂ ਹੁਣ ਚੜ੍ਹੋ ਖਤੀ ਨਾ ਕਰੀਏ, ਅਸੀਂ ਗਲਤ ਕੰਮ ਨਾ ਕਰੀਏ, ਉਹਨਾਂ ਨੂੰ ਉਹਨਾਂ ਦੀ ਨਜ਼ਰ 'ਚ ਨਾ ਆ ਜਾਏ, ਤਾਂ ਕਿ ਫਿਰ ਉਹ ਸਾਰਾ ਕੇਂਦਰ ਤੋਂ ਵੀ ਵੱਖਰਾ ਹੋ ਕੇ ਉਹਨਾਂ ਨੇ ਆਪਣਾ ਕਮਿਸ਼ਨ ਬਣਾ ਕੇ ਸਾਰਾ ਕੁਝ ਕੀਤਾ। ਔਰ ਇਹ ਗੱਲ ਵਧੀਆ ਹੈਗੀ ਆ। ਇਹ ਟੀਮ ਉੱਥੇ ਜਾਂਦੀ ਹੈ ਜਿੱਥੇ ਬਿਲਕੁਲ ਸਿਰ ਤੋਂ ਪਾਣੀ ਨਿਕਲ ਜਾਂਦਾ, ਜਦੋਂ ਹੱਦ ਤੋਂ ਵੱਧ ਅੱਗੇ ਨਿਕਲ ਜਾਂਦੇ ਆ। ਉਸ ਹੱਦ ਤੋਂ ਵੱਧ ਜਿਹੜੇ ਨਿਕਲ ਗਏ ਲੋਕ, ਉਹਨਾਂ ਨੂੰ ਰੋਕਣ ਲਈ ਟੀਮ ਉੱਥੇ ਪਹੁੰਚੀ ਹੈ, ਚਾਹੇ ਲੇਟ ਹੀ ਹੈ ਕਿ ਰਿਪੋਰਟ ਹੀ ਇਹਨਾਂ ਕੋਲ ਲੇਟ ਪਹੁੰਚੀ ਹੈ। ਜੇ ਪਹਿਲਾਂ ਲੇਟ ਚਲੇ ਜਾਂਦੀ ਤਾਂ ਇਹਨਾਂ ਨੇ ਉੱਤੇ ਐਕਸ਼ਨ ਕਰਨ ਦੇਣਾ ਸੀ, ਹੁਣ ਇਹਨਾਂ ਐਕਸ਼ਨ ਹੋ ਗਿਆ। ਔਰ ਦੇਖੋ ਹੁਣ ਇਹਦਾ ਸਿੱਟਾ ਕੀ ਨਿਕਲਦਾ। ਉੱਥੋਂ ਦੇ ਲੋਕ ਜਿਹੜੇ ਨੇ ਤੰਗ ਨੇ, ਪਰੇਸ਼ਾਨ ਨੇ। ਔਰ ਇਹ ਉਹਨੂੰ ਵੀ ਜਿਹੜਾ ਨਿਰਵਸਤਰ ਕਰਕੇ ਔਰਤਾਂ ਨੂੰ ਬਾਹਰ ਘੁਮਾਇਆ ਗਿਆ, ਉਹਨਾਂ ਨੂੰ ਐਵਟੀਜ਼ ਕੀਤਾ ਗਿਆ, ਛੇੜਿਆ ਗਿਆ, ਕਈ ਕੁਝ ਕੀਤਾ ਹੈਗਾ। ਜਿਹੜਾ ਸਾਬਕਾ ਫੌਜੀ ਸੀ, ਉਹਦੀ ਵਾਈਫ ਸੀ ਇੱਕ ਉਹਨਾਂ ਦੀ। ਔਰ ਇਹ ਸਾਰਾ ਕੁਝ ਉਹਨਾਂ ਨੇ ਧਿਆਨ ਵਿੱਚ ਲੈ ਲਿਆ ਔਰ ਉਹਨੂੰ ਬਕਾਇਦਾ ਤੌਰ 'ਤੇ ਉਹਨਾਂ ਲੋਕਾਂ ਦੀ ਗਵਾਹੀਆਂ, ਲੋਕਾਂ ਨੂੰ ਉਹਨਾਂ ਨੂੰ ਬਿਆਨਬਾਜ਼ੀ ਕਰੇਗੀ, ਉਹਨਾਂ ਦੀ ਸਟੇਟਮੈਂਟ ਲਊਗੀ, ਸਾਰਾ ਕੁਝ ਕਰਕੇ ਫਿਰ ਇਹ ਰਿਪੋਰਟ ਤਿਆਰ ਕਰੂਗੀ ਕਿ ਕਿਹਦਾ ਇੱਥੇ ਰੌਲਾ ਪੈ ਗਿਆ, ਕਿਹਨੇ ਗਲਤ ਕੰਮ ਕੀਤਾ ਔਰ ਕਿਹਨੇ ਇਸ ਲੋਕਾਂ ਨੂੰ ਉਕਸਾਇਆ ਇਸ ਪਾਸੇ ਵੱਲ ਨੂੰ, ਕੌਣ ਇਸ ਸਾਜ਼ਿਸ਼ ਦੇ ਪਿੱਛੇ ਆ। ਇਹ ਗੱਲ ਜਿਹੜੀ ਹੈਗੀ ਆ, ਹੁਣ ਪਾਣੀ ਦਾ ਪਾਣੀ ਔਰ ਦੁੱਧ ਦਾ ਦੁੱਧ ਹੋ ਜਾਏਗਾ ਉੱਥੇ ਜੀ। ਸੋ ਹੋਣਾ ਚਾਹੀਦਾ ਵੀ ਹੈ ਜੀ। ਔਰ पब्लिक यही कह रही है कि ऑलरेडी बहुत देर हो चुकी है। हाँ बिल्कुल सही गल, बहुत देर हो चुकी है। और जो उन्होंने औरतों की बेपत्ती हुई है वो तो हुण किसी भी तरीके नाल तुसी उहदा खामियाजा की करोगे, की उन्हां नूं दे दिओगे तुसी। ਜਦੋਂ ਇੱਜ਼ਤ ਖਰਾਬ ਹੋ ਗਈ, ਲੋਕਾਂ ਦੇ ਸਾਹਮਣੇ ਆ ਗਈ, ਜਿਹੜੀ ਗੱਲ ਇੱਕ ਵਾਰੀ ਉਹ ਜਿਹੜਾ ਨਿਕਲ ਜਾਂਦਾ ਨਾ ਬੋਲ, ਗਲਤ ਬੋਲ ਜ਼ੁਬਾਨ 'ਚੋਂ, ਫਿਰ ਵਾਪਸ ਨਹੀਂ ਆਉਂਦਾ। ਇਹ ਉਹੀ ਹੈ, ਗਲਤ ਗੱਲ, ਗਲਤ ਸੋਚ, ਗਲਤ ਐਕਸ਼ਨ ਜਿਹੜਾ ਹੋ ਗਿਆ ਵਾਪਸ ਜੋ ਉਹਨਾਂ ਨਾਲ ਹੋ ਗਿਆ ਉਹ ਤਾਂ ਵਾਪਸ ਨਹੀਂ ਆਉਣਾ। ਹੁਣ ਅਸੀਂ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਵਾਂਗੇ, ਠੀਕ ਹੈ, ਤੁਸੀਂ ਆਪਣਾ ਕਾਨੂੰਨੀ ਤੌਰ ਤੇ ਕਰੋ ਔਰ ਕਰ ਵੀ ਕੀ ਸਕਦੇ ਹੋ। ਪਰ ਜੇ ਹੋਇਆ ਹੈ ਉਹ ਮਾੜਾ ਹੋਇਆ, ਔਰ ਉਹ ਵੀ ਉਸ ਜਵਾਨ ਦੀ ਵਾਈਫ ਦੇ ਨਾਲ ਜਿਸ ਜਵਾਨ ਨੇ ਕਾਰਗਿਲ ਦਾ ਯੁੱਧ ਲੜਿਆ। ਇਹ ਕਿੰਨੀ ਸ਼ਰਮ ਦੀ ਗੱਲ ਹੈ। ਔਰ ਮਤਲਬ ਆਮ ਲਾਈਫ ਦੇ ਵਿੱਚ ਕੀ ਇੱਕ ਇਨਸਾਨ ਦੀ ਇੱਜ਼ਤ ਦਾ ਮੁੱਲ ਹੈ, ਕੀ ਇੱਕ ਇਨਸਾਨ ਦੀ ਜਾਨ ਦਾ ਮੁੱਲ ਹੈ। ਮਤਲਬ ਇਸ ਬਿਯੋਂਡ ਐਕਸਪਲੇਨੇਸ਼ਨ, ਅਸੀਂ ਇਹਨੂੰ ਐਕਸਪਲੇਨ ਹੀ ਨਹੀਂ ਕਰ ਸਕਦੇ। ਖੈਰ ਅਸੀਂ ਅੱਗੇ ਚੱਲੀਏ। ਜ਼ਰੂਰ। ਅੱਗੇ ਹੈ ਜੀ ਕਿ ਮਹਿਲਾ ਰਾਖਵਾਂਕਰਨ। ਹੁਣ ਇੱਥੇ ਫਿਰ ਮਹਿਲਾ ਦੀ ਗੱਲ ਆ ਰਹੀ ਹੈ ਕਿ ਜਿਹੜੀ ਨਵੀਂ ਪਾਰਲੀਮੈਂਟ ਬਣੀ ਹੈ ਉਹਦੇ 'ਚ ਪਹਿਲਾ ਸੈਸ਼ਨ ਹੁੰਦਾ ਪਿਆ। ਸੋ 75 ਸਾਲਾਂ ਦਾ ਸਾਰਾ ਲੇਖਾ ਜੋਖਾ ਵੀ ਹੋਣਾ 1946 ਦਸੰਬਰ ਤੋਂ ਲੈ ਕੇ, ਉਹ ਵੀ ਗੱਲ ਹੈਗੀ ਆ। ਔਰ ਬਾਕੀ ਤਾਂ ਦੋ ਮੁੱਦੇ ਹੈਗੇ ਹੀ ਨੇ ਜਿਹੜੇ ਚੱਲਦੇ ਨੇ ਭਾਰਤ ਦੇ ਨਾਂ ਨੂੰ ਤੇ ਇਲੈਕਸ਼ਨਸ ਨੂੰ ਲੈ ਕੇ। ਪਰ ਇੱਕ ਖਾਸ ਮੁੱਦਾ ਮਹਿਲਾ ਰਾਖਵਾਂਕਰਨ, ਰੈਜ਼ਰਵੇਸ਼ਨ ਹੋਣੀ ਚਾਹੀਦੀ ਹੈ ਜੋ ਸੀਟਾਂ ਦੀ ਰਾਜਨੀਤੀ ਦੇ ਵਿੱਚ ਵੀ, ਪਾਰਲੀਮੈਂਟ ਦੇ ਵਿੱਚ ਵੀ ਮਹਿਲਾਵਾਂ ਦੀ, ਉਹਦੇ ਵਾਸਤੇ ਗੱਲਬਾਤ ਹੋਣੀ ਚਾਹੀਦੀ ਆ। ਔਰ ਇਹ 30-33% ਦੀਆਂ ਗੱਲਾਂ ਤਾਂ ਪਹਿਲਾਂ ਹੀ ਚੱਲਦੀਆਂ ਰਹੀਆਂ ਨੇ। ਹੁਣ ਇਹ ਅੱਗੇ ਕਿੱਥੇ ਤੱਕ ਜਾਣੀ ਗੱਲ, ਇਹ ਵੇਖਣ ਵਾਲੀ ਗੱਲ ਹੈ। ਵੈਸੇ ਦੇਖਿਆ ਜਾਵੇ ਤਾਂ ਪੂਰੀ ਦੁਨੀਆ ਦੇ ਵਿੱਚ ਹੀ ਨਾ ਮੇਲ ਡੋਮੀਨੇਸ਼ਨ ਹੀ ਹੈਗੀ ਆ ਰਾਜਨੀਤੀ ਦੇ ਵਿੱਚ, ਔਰਤਾਂ ਘੱਟ ਨੇ ਜਦ ਕਿ ਬਰਾਬਰ ਹੋਣੀਆਂ ਚਾਹੀਦੀਆਂ ਨੇ। ਜ਼ਰੂਰ। ਇਹ ਬਿੱਲ ਬੜੀ ਦੇਰ ਤੋਂ ਜਿਹੜੀ ਇਹ ਸਰਕਾਰ ਹੈ ਉਹਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ, ਪਰ ਹੁਣ ਇਹਨਾਂ ਨੇ ਨਵੀਂ ਇਮਾਰਤ ਜਿਹੜੀ ਬਣੀ ਹੈ ਪਾਰਲੀਮੈਂਟ ਦੀ, ਉਹਦੇ ਵਿੱਚ ਇਹ ਮਸਲਾ ਪੇਸ਼ ਕੀਤਾ ਔਰ ਮੋਦੀ ਜੀ ਨੇ ਕਿਹਾ ਸਾਰਿਆਂ ਨੂੰ ਕਿਤੇ ਸਹਿਮਤੀ ਪ੍ਰਗਟਾਇਓ ਔਰ ਇਹ ਮੁੱਦਾ ਜਿਹੜਾ ਹੈਗਾ ਇਹ ਸਾਂਝਾ ਹੈਗਾ, ਸਾਰਿਆਂ ਦਾ ਇੱਕੋ ਜਿਹਾ ਹੈਗਾ ਔਰ ਮਾਵਾਂ ਭੈਣਾਂ ਦਾ ਮੁੱਦਾ ਹੈਗਾ, ਇਹਨੂੰ ਅਸੀਂ ਅੱਗੇ ਲੈ ਜਾਈਏ। ਔਰ ਜੇਕਰ ਇਹਨਾਂ ਨੂੰ ਪ੍ਰਤੀਨਿਧਤਾ ਮਿਲੇਗੀ ਔਰ ਸਿਆਣੀਆਂ ਹੁੰਦੀਆਂ ਨੇ ਔਰ ਫਿਲਹਾਲ ਤਾਂ ਹੈਗੀਆਂ, ਜਿਹਦੇ ਵਿੱਚ ਕੁਝ ਰਾਜ ਸਭਾ 'ਚ ਵੀ ਔਰਤਾਂ ਦੀ ਨੁਮਾਇੰਦਗੀ ਹੈਗੀ ਹੈ ਔਰ ਐਜ਼ MP ਔਰ ਮੰਤਰੀ ਦੇ ਤੌਰ 'ਤੇ, ਔਰ ਲੋਕ ਸਭਾ ਵਿੱਚ ਜਦੋਂ ਸਾਡੀ ਫਾਈਨਾਂਸ ਮਿਨਿਸਟਰ ਦੀ ਔਰਤ ਹੈਗੀ ਆ ਔਰ ਡਿਫੈਂਸ ਮਿਨਿਸਟਰ ਵੀ ਰਹੇ ਹੋ ਔਰ ਬਾਕੀ ਸਾਡੇ ਕੋਲ ਇੱਥੋਂ ਹਰਸਿਮਰਤ ਬਾਦਲ ਜੀ ਨੇ ਉੱਥੇ MP ਨੇ ਔਰ ਉਦੋਂ ਪਹਿਲੋਂ ਇਹ ਮੰਤਰੀ ਵੀ ਰਹੇ ਆ ਔਰ ਬਾਕੀ ਜਦੋਂ ਹੈਗੀਆਂ। ਦੂਜੀ ਗੱਲ ਜਿਹੜੀ ਸਾਡੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ, ਜਿਨ੍ਹਾਂ ਨੇ ਆਪਣਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਸੀ ਜਦੋਂ G20 ਆਏ ਨੇ, ਉਹਨਾਂ ਵੀ ਆਦਰਯੋਗ ਜਿਹੜੀ ਹੈਗੀ ਉਹ ਪਦਵੀ ਹੈ, ਉਹਦੇ 'ਤੇ ਵੀ ਔਰਤ ਹੈ। ਔਰ ਇਹ ਜਦੋਂ ਇਹਦੇ ਵਿੱਚ ਬਿੱਲ ਪਾਸ ਹੋ ਗਿਆ ਲੋਕ ਸਭਾ 'ਚ, ਫਿਰ ਰਾਜ ਸਭਾ ਚੱਲ ਜੂਗਾ, ਫਿਰ ਔਰਤਾਂ ਦਾ ਜਿਹੜਾ ਮੁੱਦਾ ਹੈਗਾ
ਜਾਂ ਉਹਨਾਂ ਦਾ ਆਰਕਸ਼ਣ ਹੈਗਾ, ਉਹ ਫਿਰ ਔਰਤ ਕੋਲ ਜਾਊਗੇ, ਪ੍ਰੈਜ਼ੀਡੈਂਟ ਕੋਲ, ਫਿਰ ਉਹਦੇ ਸਾਈਨ ਹੋ ਗਏ ਤੇ ਬਿੱਲ ਬਣ ਜਾਏਗਾ। ਔਰ ਇਹਦੇ ਵਿੱਚ 33% ਦਾ ਇਹਨਾਂ ਨੇ ਕਿਹਾ ਕਿ 33% ਹੋਣਾ ਚਾਹੀਦਾ, ਬਾਕੀ ਬਚਦਾ ਜਿਹੜਾ ਉਹ ਮੇਲ 'ਚ ਹੋਣਾ ਚਾਹੀਦਾ। ਔਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਬਾਹਰਲੇ ਦੇਸ਼ਾਂ ਵਿੱਚ ਵੀ ਜ਼ਿਆਦਾ ਹੈਗਾ, ਇਹਦੇ ਵਿੱਚ ਵੀ ਹੈ। ਇਹ 27 ਸਾਲਾਂ ਬਾਅਦ ਇਹ ਆ ਕੇ ਬਿੱਲ ਪੇਸ਼ ਹੋਣ ਲੱਗਾ, ਅਟਲ ਬਿਹਾਰੀ ਵਾਜਪਾਈ ਦੇ ਟਾਈਮ ਤੇ, ਔਰ ਉਹਦੇ ਵਿੱਚ ਰਾਜੀਵ ਗਾਂਧੀ ਦੇ ਟਾਈਮ ਤੇ ਵੀ, ਮਿਸਿਸ ਸੋਨੀਆ ਗਾਂਧੀ ਦੀ ਬੜੀਆਂ ਸਟੇਟਮੈਂਟਸ ਆਈਆਂ ਸੀ। ਹਾਂ, ਇਹਦੇ ਵਿੱਚ ਆਇਆ। ਹਰ ਸਰਕਾਰ ਨੇ ਕੁਛ ਨਾ ਕੁਛ ਕੀਤਾ ਇਹਦੇ ਬਾਰੇ, ਪਰ ਇਹਨੂੰ ਜਦੋਂ ਇੰਪਲੀਮੈਂਟ ਕਰਨ ਲਈ ਆਈ ਹੈ ਤੇ ਬੀਜੇਪੀ ਦਾ ਬਹੁਤ ਵੱਡੀ ਕੰਟਰੀਬਿਊਸ਼ਨ, ਉਹ ਵੀ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ। ਔਰ ਇਹਦੇ ਵਿੱਚ ਕਿਸੇ, ਮੇਰਾ ਖਿਆਲ ਜਿਹੜੀ ਆਪੋਜੀਸ਼ਨ ਆ ਬਹੁਤੀ ਇਹਦੀ ਵਿਰੋਧਤਾ ਨਹੀਂ ਕੋਈ ਕਰੂਗੀ। ਇਹ ਖਾਸ ਤੌਰ ਤੇ ਬਿੱਲ ਜਦੋਂ ਪੇਸ਼ ਹੋ ਗਿਆ ਆਪਣੇ ਆਪ ਹੀ ਪੂਰਾ ਹੋ ਜਾਣਾ। ਇਹ ਜਿਹੜੇ ਇਹਦੇ ਵਿੱਚ ਮੰਤਰੀ ਨੇ, ਕਾਨੂੰਨ ਮੰਤਰੀ, ਉਹਨਾਂ ਨੇ ਪੇਸ਼ ਕੀਤਾ ਸੀਗਾ, ਉਹਦੇ ਵਿੱਚ ਉਹਦਾ ਸਾਰਾ ਖਰੜਾ ਬਣਾਇਆ ਸੀਗਾ। ਔਰ ਇਹਦੇ ਵਿੱਚ ST SC ਜਿਹੜੀ ਰਿਜ਼ਰਵੇਸ਼ਨ ਆ ਉਹਨੂੰ ਇਹਨਾਂ ਨੇ ਬਰਕਰਾਰ ਰੱਖਿਆ, ਉਹਨੇ ਰਿਜ਼ਰਵੇਸ਼ਨ ਉਹਨਾਂ ਨੂੰ ਮਿਲੂਗੀ। ਔਰ ਇਹ ਪਹਿਲਾ ਮੁੱਦਾ ਹੈਗਾ ਜਿਹਦੀ ਚਰਚਾ ਸਾਰਿਆਂ ਦੇ ਬੁੱਲਾਂ 'ਤੇ ਹੈਗੀ ਆ, ਸਾਰੇ ਲੋਕਾਂ ਦੇ ਦਿਮਾਗ 'ਚ ਹੈਗੀ ਆ ਕਿ ਇਹਨੂੰ ਬਣਾਇਆ ਜਾਵੇ। ਦੂਜੇ ਪਾਸੇ ਕਪਿਲ ਸਿੱਬਲ ਨੇ ਕਹਿਤਾ ਕਿ 2014 'ਚ ਇਹ ਸਰਕਾਰ ਆਈ ਸੀ, ਉਦੋਂ ਇਹਨਾਂ ਨੇ ਛੋਟਾ ਮੋਟਾ ਗੱਲ ਕੀਤੀ ਆ, ਫਿਰ ਇਹ ਮੁੱਦੇ ਨੂੰ ਇਹਨਾਂ ਨੇ ਉਸੇ ਹੀ ਬੰਦ ਕਰਕੇ ਰੱਦੀ ਦੀ ਟੋਕਰੀ ਸੁੱਟ ਦਿੱਤਾ। ਹੁਣ ਜਦੋਂ ਜਾਣ ਲੱਗੇ ਨੇ, ਉਹ ਆਂਦੇ ਨੇ ਬੂਹੇ ਬੈਠੀ ਜੰਝ ਤੇ ਵਿਨੋ ਕੁੜੀ ਦੇ ਕੰਨ। ਹੁਣ ਆਪ ਜਾਣ ਵਾਲੇ ਤਾਂ ਹੁਣੇ ਮੁੱਦਾ ਲੈਂਦਾ ਇਹਨਾਂ ਨੇ, ਹੁਣੇ ਆਂਦੇ ਖਲੇਰਾ ਪਾ ਲਿਆ। ਔਰ ਉਹਨਾਂ ਕਿਹਾ ਇਲੈਕਸ਼ਨ ਦਾ ਮੁੱਦਾ ਹੀ ਹੈਗਾ, ਸਿਆਸੀ ਜਿਹੜਾ ਭਾਂਬੜ ਹੈਗਾ, ਇਸ ਕਰਕੇ ਨਾ ਲਿਆਂਦਾ ਕਿ ਔਰਤਾਂ ਨੂੰ ਖਿੱਚ ਦਾ ਕੇਂਦਰ ਬਣੇ। ਔਰਤਾਂ ਕਹਿਣਗੇ ਸਾਡੇ ਲਈ ਗੱਲ ਕਰ ਰਹੇ ਆ। ਜਿਸ ਤਰ੍ਹਾਂ ਸਾਡੀ ਆ ਮੌਜੂਦਾ ਸਰਕਾਰ ਜਿਹੜੀ ਪੰਜਾਬ ਦੀ ਹੈ, ਔਰਤਾਂ ਨੂੰ ਕਿਹਾ ਸੀ 1000 ਰੁਪਏ ਦੇਵਾਂਗੇ, ਉਹ ਵਿਚਾਰੀਆਂ ਘਰਦਿਆਂ ਨਾਲ ਸਾਰੀਆਂ ਨਾਲ ਲੜੀਆਂ, ਵੀ ਵੋਟਾਂ ਪਾਉਣ ਲਈ ਵੀ ਲੜੀਆਂ। ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਵੋਟ ਪਾਉਣੀ ਹੈ, ਸਾਨੂੰ ਪੈਸਾ ਮਿਲ ਰਿਹਾ। ਇਹਨਾਂ ਨੇ ਕਿਹਾ ਸੀ ਏਜ ਗਰੁੱਪ ਕੋਈ ਨਹੀਂ, ਜਿੰਨੀਆਂ ਔਰਤਾਂ ਕਰਜ਼ ਹੈਗੀਆਂ ਉਹ ਦਿੱਤਾ ਮੈਨੀਫੈਸਟੋ 'ਚ, ਅੱਜ ਤੱਕ ਪੂਰਾ ਨਹੀਂ ਹੋਇਆ। ਔਰ ਉਹ ਅਜੇ ਤੱਕ ਉਹ ਉੱਥੇ ਦਾ ਉੱਥੇ ਹੀ ਹੈ ਕੰਮ। ਕਈ ਵਾਰੀ ਕਈ ਮੈਨੀਫੈਸਟੋ 'ਚ ਰਹਿ ਜਾਂਦੇ ਆ, ਕਈ ਕੁਛ ਨਹੀਂ ਹੋਇਆ। ਚਲੋ ਅਜੇ ਇਹ ਸਰਕਾਰ ਹੈਗੀ ਆ, ਕੁਛ ਨਾ ਕੁਛ ਕਰੂਗੀ। ਆਧਾਰ ਕਾਰਡ ਦੇ ਅਕੋਰਡਿੰਗ ਇਹਨਾਂ ਨੂੰ ਔਰਤਾਂ ਦਾ ਸਫ਼ਰ ਤਾਂ ਜਾਰੀ ਆ, ਫ੍ਰੀ ਆ, ਆਉਂਦੀਆਂ ਜਾਂਦੀਆਂ ਆਪਣੇ ਪੇਕਿਆਂ ਦੇ, ਆਪਣੀਆਂ ਧੀਆਂ ਨੂੰ ਮਿਲਣ ਲਈ, ਆਪਣੇ ਸਾਰੇ ਪਰਿਵਾਰ ਨੂੰ, ਬਾਹਰ ਜਿਹੜੇ ਰਹਿੰਦੇ ਉਹਨਾਂ ਕੋਲ ਜਾਂਦੀਆਂ ਪੰਜਾਬ 'ਚ। ਇਹ ਗੱਲ ਸਹੂਲਤ ਹੈਗੀ ਆ। ਬਿਜਲੀ ਵੀ ਚਲੋ ਸਸਤੀ ਕੀਤੀ ਆ, ਫ੍ਰੀ ਵੀ ਕੀਤੀ ਆ, ਕੁਛ ਨਾ ਕੁਛ ਤਾਂ ਇਹਨਾਂ ਨੇ ਕੀਤਾ। ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਦੀ ਗੱਲ ਹੈਗੀ ਆ। ਦੂਜੀਆਂ ਸਰਕਾਰਾਂ ਨੇ ਨਹੀਂ ਜੋ ਕੁਛ ਕੀਤਾ, ਜੇ ਇਹ ਜੋ ਕੁਛ ਦਿੱਤਾ ਉਹਦੇ ਲਈ ਤਾਂ ਲੋਕ ਖੁਸ਼ ਹੈਗੇ, ਲੋਕ ਚੁੱਪ ਨੇ, ਖੁਸ਼ ਨੇ ਕਿ ਕੁਛ ਨਾ ਕੁਛ ਅੱਗੇ ਚਲੋ ਆ ਜਾਊਗਾ। ਔਰ ਸਕੂਲ ਕਾਲਜ ਵੀ ਖੋਲ੍ਹੇ ਇਹਨਾਂ ਨੇ, ਜਿਹੜੀ ਸਿਹਤ ਸਹੂਲਤਾਂ ਵੀ ਦਿੱਤੀਆਂ। ਤਦ ਕਰ ਅਸੀਂ ਗੱਲ ਕਰ ਰਹੇ ਹਾਂ ਵੀ ਕੇਂਦਰ ਵੱਲੋਂ ਬਾਅਦ ਸਾਡਾ ਧਿਆਨ ਆਪਣੀ ਸਰਕਾਰ ਵੱਲ ਆਉਂਦਾ, ਆਪਣੇ ਸੂਬੇ ਵੱਲ ਆਉਂਦਾ। ਪਰ ਆਹ ਮੁੱਦਾ ਜਿਹੜਾ ਇਹਨਾਂ ਨੇ ਔਰਤਾਂ ਦੇ ਨੂੰ ਪ੍ਰਤੀਨਿਧਤਾ ਦੇਣ ਲਈ, ਰਿਜ਼ਰਵੇਸ਼ਨ ਦੇਣ ਲਈ 33% ਦੀ ਗੱਲ ਕੀਤੀ ਹੈ, ਬਹੁਤ ਵਧੀਆ, ਸ਼ਲਾਘਾਯੋਗ ਹੈਗੀ ਆ। ਔਰ ਪੂਰੇ ਲੋਕਾਂ ਨੇ ਇਹਦੀ ਸਰਾਹਨਾ ਕੀਤੀ ਆ। ਹੁਣ ਦੇਖੋ ਇਹ ਕਦੋਂ ਕੀ ਬਣਦਾ ਹੈਗਾ, ਕਿਉਂਕਿ ਇਹਨਾਂ ਕੋਲ ਤਾਂ ਰਹਿ ਗਏ ਮਈ ਤੱਕ ਰਹਿ ਗਏ। ਸਰਕਾਰ ਆਉਂਦੀ ਨਹੀਂ ਆਉਂਦੀ, ਉਦੋਂ ਬਾਅਦ ਜਿਹੜੀ ਸਰਕਾਰ ਆਊਗੀ ਉਹਨੂੰ ਇੰਪਲੀਮੈਂਟ ਕਰੂਗੀ, ਉਹੀ ਕਰੂਗੀ। ਔਰ ਜਿਨ੍ਹਾਂ ਨੂੰ ਰਿਪਰੈਜ਼ੈਂਟੇਸ਼ਨ ਮਿਲੀ, ਪ੍ਰਤੀਨਿਧਤਾ ਮਿਲੀ ਔਰਤਾਂ, ਉਹ ਪਾਰਲੀਮੈਂਟ 'ਚ ਬੈਠਣਗੀਆਂ ਜਾ ਕੇ। ਜੇ 100 ਬੰਦਾ ਉਹਨਾਂ ਦਾ, ਜੇ 75 ਉਹ ਬੈਠੇ ਨੇ ਤੇ 33 ਇਹ ਵੀ ਬੈਠ ਜਾਂਦੇ। ਬਿਲਕੁਲ। ਔਰ ਜੀ ਇਕਨੋਮੀ ਦੀ ਵੀ ਗੱਲ ਪਹਿਲਾਂ ਹੋਈ ਸੀ ਕਿ ਔਰਤਾਂ ਵੀ ਨਾਲ ਆ ਕੇ ਕੰਮ ਕਰਦੀਆਂ ਨੇ ਮਰਦਾਂ ਦੇ, ਤਾਂ ਉਹ 50% ਜੇ ਜਗ੍ਹਾ ਲੈ ਲੈਂਦੀਆਂ ਨੇ। ਮਤਲਬ 50% ਦੇ ਹਿਸਾਬ ਨਾਲ ਚੱਲੇ ਕਿ ਇੰਨੀਆਂ ਔਰਤਾਂ ਹੁੰਦੀਆਂ ਨੇ ਪੂਰੇ ਦੇਸ਼ ਦੇ ਵਿੱਚ, 50% ਮਰਦ ਤੇ 50% ਔਰਤ। ਅਸੀਂ ਜੇ ਉਹਨਾਂ ਨੂੰ ਘਰ ਬਿਠਾਇਆ ਹੋਇਆ ਹੈ ਤੇ ਉਹਨਾਂ ਦੀ ਯੋਗਤਾ 50% ਯੋਗਤਾ ਘਰ ਬੈਠੀ ਹੋਈ ਹੈ, ਜਿਹੜੀ ਕਿ ਕੰਟਰੀਬਿਊਟ ਕਰ ਸਕਦੀ ਹੈ ਇਕਨੋਮੀ ਦੇ ਵਿੱਚ। ਸਹੀ ਗੱਲ, ਇਹ ਵੀ ਗੱਲ ਕਹੀ ਗਈ। ਕਿਉਂਕਿ ਨੌਕਰੀਆਂ ਦੀ ਵੰਡ ਇੱਦਾਂ ਹੋਣੀ ਚਾਹੀਦੀ ਕਿ ਸਭ ਨੂੰ ਬਰਾਬਰ ਮਿਲੇ। ਇਹ ਇੱਕ ਥਾਂ ਦੇ ਉੱਤੇ ਦੇਖਿਆ ਜਾਂਦਾ ਕਿ ਕਈ ਥਾਂ ਦੇ ਉੱਤੇ ਦੋਵੇਂ ਹਸਬੈਂਡ ਵਾਈਫ ਕੰਮ ਕਰ ਰਹੇ ਨੇ, ਔਰ ਇੱਕ ਥਾਂ ਦੇ ਉੱਤੇ ਨਾ ਹਸਬੈਂਡ ਕੋਲ ਕੋਈ ਜੌਬ ਹੈ ਨਾ ਵਾਈਫ ਕੋਲ ਕੋਈ ਜੌਬ ਹੈ। ਇਹ ਵੀ ਇੱਕ ਦੇਖਿਆ ਗਿਆ ਇਕਨੋਮਿਕ ਪਾੜਾ ਹੈਗਾ। ਇਹ ਤਾਂ ਚਲੋ ਐਡਮਿਨਿਸਟ੍ਰੇਸ਼ਨ ਦੀ ਗੱਲ ਆ, ਇਹਦਾ ਹੱਲ ਹੋਣਾ ਚਾਹੀਦਾ। ਸਭ ਕੋਲ ਕੰਮ ਹੋਣੇ ਚਾਹੀਦੇ ਨੇ, ਤਾਂ ਹੀ ਸਭ ਦੀ ਜੋ ਅੰਦਰ ਸਮਰੱਥਾ ਹੈ ਕੁਦਰਤੀ, ਉਹਨਾਂ ਦੇ ਟੈਲੈਂਟ ਆ, ਉਹਦੀ ਵਰਤੋਂ ਹੋ ਸਕਦੀ ਹੈ। ਔਰ ਰਾਜਨੀਤੀ ਦੇ ਵਿੱਚ ਵੀ ਇਹੀ ਹਾਲ ਹੈ ਕਿ ਜੋ ਅੱਛੇ ਸੋਚ, ਅੱਛੀ ਦਿਮਾਗ ਵਾਲੀਆਂ ਲੇਡੀਜ਼ ਦੇਸ਼ ਨੂੰ ਨਵੀਂ ਦਿਸ਼ਾ ਦੇ ਸਕਦੀਆਂ ਨੇ, ਤਾਂ ਉਹਨਾਂ ਦਾ ਆਉਣਾ ਜ਼ਰੂਰੀ ਹੈ। ਔਰ ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਸਰਪੰਚ ਵੀ ਬਣਦੀਆਂ ਨੇ, ਪਰ ਉੱਥੇ ਫਿਰ ਮੇਲ ਡੋਮੀਨੇਸ਼ਨ। ਉਹ ਸਰਪੰਚ ਤਾਂ ਘਰ ਬੈਠੀ ਹੋਈ ਹੈ, ਜਿਹੜੀ ਚੁਣੀ ਗਈ ਸਰਪੰਚ ਹੈ, ਉਹਦਾ ਘਰ ਵਾਲਾ ਸਰਪੰਚ ਬਣਿਆ ਫਿਰਦਾ, ਉਹਦੇ ਬੱਚੇ ਸਰਪੰਚ ਬਣੇ ਫਿਰਦੇ ਨੇ, ਮੋਹਰਾਂ ਉਹ ਚੁੱਕੀ ਫਿਰਦੇ ਨੇ, ਉਹ ਮੋਹਰਾਂ ਲਾਈ ਜਾਂਦੇ ਨੇ, ਤੇ ਸਰਪੰਚ ਆਪ ਘਰ ਰੋਟੀਆਂ ਪਕਾਉਂਦੀ ਪਈ ਹੈ ਜਿਹੜੀ ਚੁਣੀ ਗਈ ਹੈ। ਹੁਣ ਇੱਥੋਂ ਤੱਕ ਤੇ ਹਾਲਾਤ ਨੇ। ਵੈਸੇ ਜੇ ਗੱਲ ਕੀਤੀ ਜਾਵੇ ਨਾ ਆਜ਼ਾਦੀ ਤੋਂ ਹੁਣ ਤੱਕ ਦੀ, ਤੇ ਔਰਤ ਬਹੁਤ ਅੱਗੇ ਆ, ਪਾਇਲਟ ਵੀ ਨੇ, ਪੁਲਿਸ ਆਫੀਸਰ ਵੀ ਹੈਗੀਆਂ, ਹੈ ਨਾ, ਔਰ ਫੌਜ ਆਰਮੀ ਦੇ ਵਿੱਚ ਵੀ ਹੈਗੀਆਂ ਮੁੱਠੀ ਪਰ। ਹਾਂ, ਨਹੀਂ ਜਿੰਨੇ ਹੁਣ ਗਈਆਂ ਤਾਂ ਹੈ ਨਾ, ਗਈਆਂ ਪਰ ਨਹੀਂ, ਉਹ ਹੁਣ ਜਦੋਂ ਓਪਨ ਕਰ ਦਿੱਤਾ ਤੇ ਔਰਤਾਂ ਨੂੰ ਜਾਣਾ ਚਾਹੀਦਾ। ਟੀਚਰ ਦੇਖ ਲਓ, ਬਿਲਕੁਲ ਉਹਦੇ ਨਾਲ ਬਰਾਬਰ ਨਾਲ ਹੈਗੀਆਂ।
ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਉਹਦੇ ਵਾਸਤੇ ਬਲਕਾਰ ਜੀ ਸਾਨੂੰ ਨਾ ਆਪਣਾ ਜਿਹੜਾ ਸਮਾਜਿਕ ਸੋਚ ਹੈ ਉਹ ਬਦਲਣੀ ਪਏਗੀ, ਕਿਉਂਕਿ ਹਜੇ ਵੀ ਉਹ ਯਾਰ ਔਰਤਾਂ ਨੂੰ ਤਾਂ ਘਰ ਹੀ ਰਹਿਣਾ ਚਾਹੀਦਾ, ਘਰ ਥੋੜਾ ਛੱਡ ਕੇ ਜਾਣਾ ਪਰ ਚਾਹੀਦਾ। ਕੰਪੀਟੀਸ਼ਨ ਹੈ ਨਾ, ਜੇ ਉਹਦੇ 'ਚ ਸ਼ਾਮਲ ਹੋਣਗੀਆਂ, ਬੈਂਕਾਂ 'ਚ ਦੇਖ ਲਓ ਹਰ ਥਾਂ ਤੇ ਹੈ, ਮੈਨੇਜਰ ਜਿਹੜਾ ਵੀ ਮਰਜ਼ੀ ਹੈਗੀਆਂ, ਫੀਲਡ ਲੈ ਲਓ, ਚੀਫ ਮੈਨੇਜਰ ਵੀ ਜੱਜ ਬਣੀਆਂ ਹੋਈਆਂ ਸਾਡੇ ਆਪਣੇ ਫੀਲਡ ਵਿੱਚ, ਮੀਡੀਆ ਦੇ ਵਿੱਚ ਹੈਗੀਆਂ ਨੇ, ਹਰ ਥਾਂ ਤੇ ਨੇ। ਬਟ ਇਹ ਜਿਹੜੀ ਸੋਚ ਹੈ ਨਾ ਪੁਰਾਣੀ ਰੂੜੀਵਾਦੀ ਸੋਚ ਸਮਾਜਿਕ, ਉਹ ਬਦਲਣੀ ਪੈਣੀ ਹੈ, ਤਾਂ ਜਾ ਕੇ ਇਹਨਾਂ ਨੂੰ ਪੂਰੀ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਾਖਵਾਂਕਰਨ, ਉਹੀ ਸਭ ਤੋਂ ਵੱਡਾ ਰਾਖਵਾਂਕਰਨ ਹੈ ਕਿ ਜਿਹੜੀ ਪੁਰਾਣੀ ਸੋਚ ਹੈ ਨਾ ਉਹਨੂੰ ਬਦਲ ਦਿਓ। ਸੋ ਆਪਾਂ ਅੱਗੇ ਚੱਲੀਏ। ਜੀ ਜ਼ਰੂਰ। ਪੰਜਾਬ ਦੇ ਵਿੱਚ ਵਿੱਤੀ ਸੰਕਟ ਹੈ, ਅਸੀਂ ਸਾਰੇ ਜਾਣਦੇ ਹਾਂ, ਕਰਜ਼ੇ ਤੇ ਕਰਜ਼ਾ ਲੈ ਕੇ ਅਸੀਂ ਸਟੇਟ ਚਲਾਉਂਦੇ ਪਏ ਹਾਂ, ਔਰ ਇਸ ਵਕਤ ਇੰਡੀਆ ਦੀ ਸਭ ਤੋਂ ਜ਼ਿਆਦਾ ਕਰਜ਼ੇ ਦੇ ਹੇਠ ਜਿਹੜੀ ਸਟੇਟ ਹੈ ਉਹ ਪੰਜਾਬ ਹੀ ਹੈ। ਔਰ ਕਿਹਾ ਜਾਂਦਾ ਕਿ ਹੁਣ ਸੜਕਾਂ ਬਣਾਉਣ ਵਾਸਤੇ ਫਿਰ ਤੋਂ ਕਰਜ਼ਾ ਲੈਣਾ ਨਾਬਾਰਡ ਕੋਲੋਂ ਤੇ ਸੜਕਾਂ ਬਣਾਉਣੀਆਂ ਨੇ। ਉਹਨੇ ਦੱਸੋ ਹੁਣੇ ਕੀ ਇਹਦਾ ਹੱਲ ਹੋ ਸਕਦਾ ਹੈ। ਔਰ ਪਿੱਛੇ ਜੇ ਆਪਾਂ ਸਾਰੀ ਸਨਅਤ ਵਾਸਤੇ ਵੀ ਮੀਟਿੰਗਸ ਕੀਤੀਆਂ ਕਿ ਇਨਵੈਸਟਮੈਂਟ ਬਣੇ ਪੰਜਾਬ ਦੇ ਵਿੱਚ। ਹੁਣ ਇਹ ਕਰਜ਼ਾ ਲੈਣ ਲੱਗੇ ਆ, ਹੁਣ ਜਿਹੜੇ ਉਹ ਬਾਗੜ ਵੇਲੇ ਬੈਠੇ ਨੇ ਜਿਹੜੇ ਪੈਸਾ ਖਾਂਦੇ ਨੇ, ਉਹ ਮੁੱਛਾਂ ਨੂੰ ਤਾ ਦੇ ਕੇ ਬਹਿ ਗਏ ਹੋਣਗੇ ਕਿ ਆ ਕਰਜ਼ਾ ਆਉਣ ਵਾਲਾ, ਹੁਣ ਆਪਣੀਆਂ ਕੋਠੀਆਂ ਕਾਰਾਂ ਨਵੀਆਂ ਬਣਾਉਣੇ ਆ, ਹੋਰ ਕਿੱਦਾਂ ਘਪਲੇ ਕਰਨੇ ਨੇ ਤੇ ਪੈਸੇ ਆਪਣੇ ਘਰ ਲੈ ਕੇ ਆਉਣੇ ਨੇ ਇਹ ਸਾਰੇ ਕਰਜ਼ੇ ਦੇ, ਜੋ ਕਿ ਕਰਜ਼ਾ ਸਟੇਟ ਵਾਸਤੇ, ਸਟੇਟ ਦੇ ਲੋਕਾਂ ਵਾਸਤੇ ਹੈ। ਇਹ ਬਾਗੜ ਬਿੱਲਿਆਂ ਦੀ ਪੂਰੀ ਨਜ਼ਰ ਹੈ, ਉਹ ਟੀਮ ਪੂਰੀ ਤਿਆਰ ਹੈ ਬਾਗੜ ਬਿੱਲਿਆਂ ਦੀ, ਇਹ ਕਿੱਦਾਂ ਸਕੀਮਾਂ ਘੜੀਆਂ ਜਾਣ ਇਹ ਪੈਸਾ ਆਪਣੇ ਘਰ ਲਿਆਉਣ ਵਾਸਤੇ। ਇਹ ਹੁਣ ਭਗਵੰਤ ਮਾਨ ਦੀ ਮੀਟਿੰਗ ਜਦੋਂ ਹੋਈ ਆ ਉਹ ਸਾਰੇ ਮੰਤਰੀਆਂ ਨਾਲ, ਇਹਦੇ ਵਿੱਚ ਗੱਲ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਸੜਕਾਂ ਨੇ ਪੰਜਾਬ ਦੀਆਂ ਬਿਲਕੁਲ ਜਿਹੜੀਆਂ ਲਿੰਕ ਰੋਡ ਨੇ ਉਹ ਟੁੱਟ ਚੁੱਕੀਆਂ, ਕਿਉਂਕਿ ਮੀਂਹ ਪੈ ਗਏ ਔਰ ਖੱਡੇ ਪੈ ਗਏ, ਉਹਦੇ ਵਿੱਚ ਬਾਰਿਸ਼ ਨਾਲ ਜਦੋਂ ਸੜਕਾਂ 'ਤੇ ਪਾਣੀ ਆ ਜਾਂਦਾ ਉਹ ਬੈਠ ਗਈਆਂ ਔਰ ਉਹ ਧੱਸੀਆਂ ਗਈਆਂ, ਖੱਡੇ ਪੈਣ ਨਾਲ ਟੋਏ ਪੈ ਗਏ। ਔਰ ਉਹਨਾਂ ਨੂੰ ਚਾਹਿਆ ਇਹਨਾਂ ਨੇ ਕਿ ਨਵੀਆਂ ਬਣਾਉਣ ਦਾ, ਫਿਰ ਸਾਰਿਆਂ ਵੱਲੋਂ ਸਹਿਮਤੀ ਪ੍ਰਗਟਾਈ ਗਈ, ਫਿਰ ਇਹਨਾਂ ਨੇ ਉਹਨੂੰ ਉਸ ਮਸਲੇ ਨੂੰ ਹਰੀ ਝੰਡੀ ਦੇ ਦਿੱਤੀ। ਔਰ ਉਹ ਗੱਲ ਰਹੀ ਪੈਸੇ ਦੀ, ਉਹਦੇ ਵਿੱਚ PWD ਇੱਕ ਡਿਪਾਰਟਮੈਂਟ ਹੈਗਾ ਜਿਹਦੇ ਰਾਹੀਂ ਸੜਕਾਂ ਬਣਦੀਆਂ ਪੰਜਾਬ ਦੀਆਂ, ਜਿਹੜੀ ਸਰਕਾਰ ਬਣਾਉਂਦੀ ਆ ਅੰਦਰ ਸ਼ਹਿਰਾਂ ਦੇ, ਇਹ ਜਿਹੜੀ ਉੱਥੋਂ ਦੀ ਕਾਰਪੋਰੇਸ਼ਨ ਆ ਮਿਊਨਿਸਪਲ ਕਾਰਪੋਰੇਸ਼ਨ ਉਹਦਾ ਹੁੰਦਾ, ਉਹ ਬਣਾਉਂਦੀ ਆ। ਫਿਰ ਮੰਡੀ ਬੋਰਡ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਕੰਮ ਕਰਦਾ, ਮੰਡੀ ਬੋਰਡ ਦੀ ਮੀਟਿੰਗ ਵੀ ਹੋਈ ਆ ਉਹਨਾਂ ਨਾਲ। ਫਿਰ ਪਾ ਲਾ ਕੇ ਕੁਝ ਪੈਸਾ ਜਿਹੜੀ ਪੰਜਾਬ ਗੌਰਮੈਂਟ ਦੇ ਰਹੀ ਹੈ, ਕੁਝ ਉਹਦੇ ਤੋਂ ਕਰਜ਼ਾ ਲੈ ਰਹੇ ਆ ਨਾਬਾਰਡ ਤੋਂ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ ਲਿੰਕ ਸੜਕਾਂ ਟੁੱਟੀਆਂ ਨੇ, ਆਉਣ ਵਾਲੀ ਇਲੈਕਸ਼ਨ ਹੈਗੀ ਆ, ਫਿਰ ਦੂਜੀ ਪੰਚਾਇਤਾਂ ਦੀ ਇਲੈਕਸ਼ਨ ਵੀ ਹੈਗੀ ਆ। ਔਰ ਫਸਲਾਂ ਜਦੋਂ ਲੈ ਕੇ ਜਾਂਦੇ ਲੋਕ ਟਰਾਲੀਆਂ 'ਤੇ ਮੰਡੀਆਂ 'ਚ, ਉਦੋਂ ਕਿਸਾਨਾਂ ਨੂੰ ਬਹੁਤ ਮੁਸ਼ਕਲਾਤ ਆਉਣੀਆਂ। ਔਰ ਇਹਨਾਂ ਨੇ ਹੁਣ ਕਿਹਾ ਕਿ ਬਾਰਿਸ਼ ਨਾਲ ਇਹ ਟੁੱਟ ਚੁੱਕੀਆਂ ਹੈਗੀਆਂ। ਔਰ ਭਗਵੰਤ ਮਾਨ ਨੇ ਖੁਦ ਕਿਹਾ ਕਿ ਜੇ ਮਟੀਰੀਅਲ ਪਾਵਾਂਗੇ ਜਾਂ ਉਹਨਾਂ ਨੂੰ ਬਣਾਵਾਂਗੇ, ਉਹਦਾ ਸਰਵੇ ਮੈਂ ਖੁਦ ਕਰੂੰਗਾ, ਜਾ ਕੇ ਆਪ ਵੇਖੂੰਗਾ, ਔਰ ਸਾਡੇ ਮੰਤਰੀ ਵੀ ਜਾਣਗੇ, ਉਹਦੇ 'ਚ ਸਾਰਾ ਕੁਝ ਹੈਗਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਲੀਆਂ ਭੇਡਾਂ ਜਿਹੜੇ ਬਾਗੜ ਬਿੱਲੇ ਨੇ, ਉਹਨਾਂ ਤੋਂ ਵੀ ਇਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਤੋਂ ਵੀ ਬਚਾਉਣਾ। ਇਸ ਕਰਕੇ ਕਿਹਾ ਹੁਣੇ ਇੱਕ ਸਾਬਕਾ ਮੰਤਰੀ ਸਤਕਾਰ ਕੌਰ ਫੜੇ ਗਏ ਆ, ਉਹਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ, ਵਿਜੀਲੈਂਸ ਦਾ ਕੇਸ ਸੀਗਾ। ਉਹਦੇ ਵਿੱਚ ਉਹਨਾਂ ਨੇ ਆਪਣੀ ਆਮਦਨ ਤੋਂ ਵੱਧ ਜੋ ਕੁਝ ਬਣਾਇਆ ਸੀਗਾ, ਇਮਾਰਤ ਤੇ ਇਮਾਰਤ, ਔਰ ਉਹਦੇ 'ਚ ਕਿੰਨੇ ਕਰੋੜ ਪੈਸਾ ਜਿਹੜਾ ਉਹਨਾਂ ਦੇ ਅਕਾਊਂਟ 'ਚੋਂ ਮਿਲਿਆ। ਇਸ ਕਰਕੇ ਕਿ ਉਹਨਾਂ ਨੇ ਜਦੋਂ ਇਲੈਕਸ਼ਨ ਹੁੰਦੀ ਆ, ਜਦੋਂ ਚੋਣ ਕਮਿਸ਼ਨ ਨੂੰ ਆਪਣਾ ਦਿੰਦੇ ਆ ਇਨਕਮ, ਉਹਦੇ 'ਚ ਤਾਂ ਬਹੁਤ ਥੋੜ੍ਹੀ ਹੈ। ਉਹ ਕਹਿੰਦੇ ਇਹਦੇ ਵਿੱਚ 5 ਸਾਲਾਂ ਵਿੱਚ ਬਾਕੀ ਪੈਸਾ ਕਿੱਥੋਂ ਆ ਗਿਆ, ਬੇਨਾਮੀਆਂ ਜਾਇਦਾਦ ਕਿੱਥੋਂ ਆ ਗਈ। ਜਿੱਦਾਂ OP ਸੋਨੀ, ਉਹਨਾਂ ਨਾਲ ਵੈਦ ਮਿਨਿਸਟਰ, ਉਹਨਾਂ ਕੋਲ ਧਰਮਸੋਤ ਮੰਤਰੀ ਰਹੇ ਜੰਗਲਾਤ ਦੇ, ਉਹਨਾਂ ਕੋਲ ਇੱਕ ਮੰਤਰੀ ਨਹੀਂ, ਇੱਥੇ ਮੰਤਰੀਆਂ ਦੀਆਂ ਵੀ ਲਾਈਨਾਂ ਲੱਗੀਆਂ ਜਿਨ੍ਹਾਂ ਨੇ ਇਹ ਕੰਮ ਕੀਤਾ। MLA ਵੀ ਹੈਗੇ ਆ ਉਹਦੇ ਵਿੱਚ, ਔਰ ਵਿਜੀਲੈਂਸ ਨੇ ਹੁਣ ਇਹਨਾਂ 'ਤੇ ਕੀਤਾ। ਇਹ ਚੁੱਕਿਆ ਹੱਥ ਉਦੋਂ ਜਾਂਦਾ, ਐਕਸ਼ਨ ਉਦੋਂ ਹੁੰਦਾ ਜਦੋਂ ਇਹ ਸਾਬਕਾ ਆ ਜਾਂਦੇ ਆ। ਜਦੋਂ ਪਾਵਰ 'ਚ ਹੁੰਦੇ ਆ ਉਦੋਂ ਵਿਜੀਲੈਂਸ ਨਹੀਂ ਧਿਆਨ ਦਿੰਦੀ, ਉਹਨਾਂ ਦਾ ਵੀ ਵਿਚਾਰਿਆਂ ਦਾ ਖਤਰਾ ਹੁੰਦਾ। ਉਹ ਨੌਕਰੀ ਕਰ ਰਹੇ ਆ, ਜੇ ਮੈਂ MLA ਵੱਲੋਂ ਕਰਨਗੇ ਵੀ ਤੂੰ ਕਿੱਥੋਂ ਬਣਾ ਰਿਹਾ। ਇਹ 'ਚ IAS ਔਰ IPS ਆਫੀਸਰ ਵੀ ਹੈਗੇ ਆ, ਜਿਨ੍ਹਾਂ ਕੋਈ ਮਸਲਾ ਪੈਸਾ ਵਾਧੂ ਹੋਇਆ, ਉਹਨਾਂ ਦੀਆਂ ਹੁਣ ਇਮਾਰਤਾਂ ਇੰਚਾਂ ਨਾਲ ਗਜ਼ਾਂ ਨਾਲ ਮਿਣੀਆਂ ਜਾ ਰਹੀਆਂ ਕਿ ਕਿੱਥੋਂ ਆਇਆ, ਕਿੰਨਾ ਕਵਰ ਕੀਤਾ ਏਰੀਆ, ਔਰ ਇਹਦੇ 'ਚ ਪੈਸਾ ਇੱਟਾਂ ਦਾ, ਪੱਥਰਾਂ ਦਾ, ਸੀਮੈਂਟ ਦਾ, ਇਹ ਲੱਕੜ ਦਾ ਕਿੱਥੋਂ ਪੈਸਾ ਆ ਗਿਆ, ਔਰ ਲੇਬਰ ਦਾ ਕਿੱਥੋਂ ਆ ਗਿਆ। ਇਹ ਸਾਰਾ ਕੁਝ ਪਾ ਲਾ ਕੇ ਕੀਤਾ ਹੈਗਾ। ਅਸੀਂ ਘਰ ਤਾਂ ਸੋਹਣੇ ਬਣਾ ਲੈਂਦੇ ਹਾਂ, ਅਸੀਂ ਆਪਣੇ ਘਰ ਦੇ ਆਲਾ ਦੁਆਲਾ ਨੂੰ ਵਧੀਆ ਬਣਾ ਲੈਂਦੇ ਦੇਖ ਲਈ, ਪਰ ਬਾਹਰਲੀ ਗਲੀ ਜਿਹੜੀ ਉਹਨੂੰ ਤੋੜ ਦਿੰਦੇ, ਹੋਰ ਸੜਕਾਂ ਨੂੰ ਤੋੜ ਦਿੰਦੇ ਆ। ਹੁਣ ਸੜਕਾਂ 'ਤੇ ਆਪਾਂ ਫਿਰ ਆ ਰਹੇ ਹਾਂ ਕਿ ਸੜਕਾਂ ਦੀ ਗੱਲ ਹੈਗੀ ਹੈ। ਦੂਜੀ ਗੱਲ ਹੈਗੀ ਹੈ ਕਿ ਜਿਹੜੀ ਪੰਜਾਬ ਸਰਕਾਰ ਇੰਨਾ ਕੁਝ ਕਰ ਰਹੀ ਹੈ, ਸੈਂਟਰ ਨੂੰ ਵੀ ਕਰਨਾ ਚਾਹੀਦਾ ਇਹਦੇ 'ਤੇ। ਜਦੋਂ ਕੋਈ ਆਫਤ ਆਉਂਦੀ ਆ ਜਾਂ ਜਿਹਦੇ ਵਿੱਚ ਕਰਜ਼ਾ ਲੈਂਦੀ ਹੈ ਗੌਰਮੈਂਟ, ਉਹਦੇ ਤੋਂ ਪਤਾ ਹੁੰਦਾ ਇਹਨਾਂ ਨੂੰ ਕਿ ਅਸੀਂ ਕਰਨਾ। ਇਹਦੇ ਵਿੱਚ ਸੜਕਾਂ ਬਣਾਉਣ ਲਈ ਯੋਜਨਾਵਾਂ ਨੇ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਹੈਗੀ ਆ, ਪੁਲ ਬਣਾਉਣ ਦੀ ਵੀ ਹੈਗੀ ਹੈ ਸੈਂਟਰ ਦੀ, ਉਹਨਾਂ ਨੂੰ ਵੀ ਪੈਸਾ ਦੇਣਾ ਚਾਹੀਦਾ। ਔਰ ਉਹ ਡਬਲ ਇੰਜਨ ਵਾਲੇ ਪਾਸੇ ਦੀ ਗੱਲ ਆਉਂਦੀ ਕਿ ਜਿਹੜੀ ਦੂਜੀ ਰੇਲ ਚੱਲਦੀ, ਜਿਹਦਾ ਇੰਜਨ ਦੂਜਾ ਵਾ, ਅੱਗੇ ਵੀ ਲੱਗਾ ਪਿੱਛੇ ਵੀ ਲੱਗਾ, ਉਹਨੂੰ ਪੈਸਾ ਜਾਂਦਾ ਵਾ, ਦੂਜਿਆਂ ਨੂੰ ਨਹੀਂ ਜਾਂਦਾ। ਇਹ ਅੱਜ ਤੋਂ ਨਹੀਂ, ਪਹਿਲੋਂ ਤੋਂ ਜਦੋਂ ਸਰਕਾਰ ਬਣੀ ਹੈ ਉਦੋਂ ਤੋਂ ਰੋਂਦੇ ਆ ਰਹੇ ਆ, ਉਦੋਂ ਹੀ ਇਹ
ਤਰਲੋ ਮੱਛੀ ਹੋ ਰਿਹਾ ਵੀ ਸਾਨੂੰ ਨਹੀਂ ਪੈਸਾ ਮਿਲ ਰਿਹਾ, ਅਸੀਂ ਹੁਣ ਆਪਣੇ ਕੋਲੋਂ ਸਾਰਾ ਕੁਝ ਪੈਸਾ ਲਾਵਾਂਗੇ। ਔਰ ਇਹ ਗੱਲ ਨੂੰ ਸਾਡੇ ਦਰਸ਼ਕ ਜਾਣਦੇ ਆ, NRI ਵੀਰ ਵੀ ਜਾਣਦੇ ਆ ਕਿ ਪੰਜਾਬ ਨਾਲ ਹੁਣ ਨਹੀਂ, ਪੰਜਾਬ ਤੋਂ ਪਹਿਲੋਂ ਨਾਲ ਵੀ ਇਦਾਂ ਹੀ ਰਿਹਾ। ਜਦੋਂ ਸੈਂਟਰ 'ਚ ਕਾਂਗਰਸ ਸੀ ਜਾਂ ਉਦੋਂ ਤੋਂ BJP ਸੀ ਜਾਂ ਬਾਕੀ ਸਰਕਾਰਾਂ ਨੇ ਪੰਜਾਬ ਨੂੰ ਇਸ ਕਰਕੇ ਇਗਨੋਰ ਕਰ ਦਿੰਦੇ ਵੀ ਬੜਾ ਰਿਚ ਸਟੇਟ ਆ, ਇਹਨਾਂ ਕੋਲ ਤਾਂ ਪੈਸਾ ਹੀ ਬਹੁਤ ਹੈਗਾ, ਜ਼ਮੀਨ ਬੜੀ ਅੱਛੀ ਹੈਗੀ ਆ, ਕਿਸਾਨ ਬੜੇ ਖੁਸ਼ਹਾਲ ਹੈਗੇ ਇੱਥੋਂ ਦੇ ਆਰਮੀ ਅਫੀਸਰ ਬਹੁਤ ਵੱਡੇ ਆ, ਪੁਲਿਸ ਅਫੀਸਰ ਹੈਗੇ, ਇਹਨਾਂ ਨੂੰ ਪੈਸਾ ਦੇਣ ਦੀ ਕੀ ਲੋੜ ਹੈ, ਸਗੋਂ ਇਹ ਸੈਂਟਰ ਦੀ ਹਮਾਇਤ ਕਰੇ। ਇਹ ਗੱਲਾਂ ਜਿਹੜੀਆਂ ਹੈਗੀਆਂ ਸੈਂਟਰ ਦੀਆਂ ਜਿਹੜੀਆਂ ਹੋ ਗਈਆਂ, ਜਿਹੜੀ ਉਹਨਾਂ ਦੀ ਸੋਚ ਹੈਗੀ ਆ ਪੰਜਾਬੀਆਂ ਲਈ ਬੜੀ ਮਾੜੀ ਹੁੰਦੀ ਹੈ, ਨੁਕਸਾਨਦੇਹ ਵੀ ਹੁੰਦੀ ਹੈ। ਜਿਹੜੇ ਕਾਰਜਕਾਰੀ ਕੰਮ ਨੇ, ਵਿਕਾਸਸ਼ੀਲ ਕੰਮ ਨੇ, ਉਹ ਬਹੁਤ ਪਿੱਛੇ ਪੈ ਜਾਂਦੇ ਆ, ਉਹਨਾਂ ਨੂੰ ਅਸੀਂ ਧੂੜ ਚੜਾ ਦਿੰਦੇ ਸਾਰੇ। ਔਰ ਉਹ ਜਿਹੜੇ ਹੈਗੇ ਨੇ ਧੂੜ ਦੇ ਵਿੱਚ ਉੱਡੇ ਜਿਹੜੇ ਹੈਗੇ ਆ ਨਾ, ਉਹ ਮੁੜ ਕੇ ਕਿੱਥੇ ਆਉਂਦੇ, ਲੋਕਾਂ ਨੂੰ ਉਹਦਾ ਨੁਕਸਾਨ ਚੱਲਣਾ ਪੈਂਦਾ ਜਿਹੜਾ ਚੱਲ ਰਿਹਾ ਇਸ। ਬਿਲਕੁਲ ਜੀ, ਫਾਈਲਾਂ ਪਈਆਂ ਹੁੰਦੀਆਂ ਨੇ, ਮਿੱਟੀ ਚੜੀ ਹੁੰਦੀ ਹੈ ਤੇ ਉਹਦੇ ਵਿੱਚ ਕਾਕਰੋਚ ਅੰਡੇ ਦਿੰਦੇ ਹੁੰਦੇ। ਸਹੀ ਗੱਲ, ਆਹ ਹਿਸਾਬ ਕਿਤਾਬ ਹੈ। ਉਹਦੇ ਵਿੱਚ ਤੁਹਾਨੂੰ ਇਹ ਵੀ ਗੱਲ ਦੱਸਾਂ, ਜਿਹੜੀਆਂ ਫਾਈਲਾਂ ਅੱਗੇ ਗਈਆਂ ਗਵਰਨਰ ਸਾਹਿਬ ਕੋਲ, ਉਹਦੇ ਵਿੱਚੋਂ ਕਈ ਫਾਈਲਾਂ ਉਹਨਾਂ ਨੇ ਮੋੜਤੀਆਂ, ਬਹੁਤੀਆਂ ਵਿੱਚੋਂ ਜਿਹੜੀਆਂ ਵਿਕਾਸ ਵਾਲੀਆਂ ਸੀ, ਜਿਹੜੀਆਂ ਉਹ ਸੀਗੀਆਂ, ਉਹਨਾਂ ਨੂੰ ਪਤਾ ਵੀ ਉੱਧਰੋਂ ਸੰਕੇਤ ਹੁੰਦਾ, ਉੱਧਰੋਂ ਝਾਰੀ ਝੰਡੀ ਆਊਗੀ ਸੈਂਟਰ ਤੋਂ, ਫਿਰ ਮੈਂ ਸਾਈਨ ਕਰੂੰਗਾ। ਇਹ ਵੀ ਹੈ, ਗਵਰਨਰ ਸਾਹਿਬ ਵੀ ਤੁਹਾਡੇ ਫੇਵਰ 'ਚ ਹੋਣਗੇ ਤਾਂ ਦੀ ਗੱਲ ਬਣਦੀ ਹੈ। ਜੇ ਮੁੱਖ ਮੰਤਰੀ ਤੇ ਗਵਰਨਰ ਦਾ ਦੋਨਾਂ ਦਾ ਆਪਸੀ ਟਕਰਾਅ ਹੋਊਗਾ, ਪੂਰਬ ਤੇ ਪੱਛਮ ਵੱਲ ਮੂੰਹ ਹੋਊਗਾ, ਤਾਂ ਫਿਰ ਕੁਝ ਨਹੀਂ ਬਣਦਾ, ਫਿਰ ਲੋਕ ਨੁਕਸਾਨ ਹੀ ਉਠਾਉਂਦੇ ਆ। ਚਲੋ ਹੁਣ ਲੋਕਾਂ ਨੇ ਝੰਡਾ ਚੁੱਕਿਆ ਜੀ, ਤੇ ਪਿੰਡਾਂ ਦੇ ਵਿੱਚ ਤੇ ਧਾਰਮਿਕ ਸੰਸਥਾਵਾਂ ਨੇ ਵੀ ਝੰਡਾ ਚੁੱਕਿਆ ਜੀ, ਕਿ ਹੁਣ ਨਸ਼ਾ ਤੇ ਨਸ਼ਾ ਤਸਕਰਾਂ ਨੂੰ ਅਸੀਂ ਆਪ ਹੀ ਨੱਥ ਪਾਈਏ ਜੀ, ਤੇ ਅਸੀਂ ਆਪ ਹੀ ਪੰਜਾਬ ਦੇ ਵਿੱਚੋਂ ਇਹ ਨਸ਼ੇ ਦਾ ਕੋੜ ਖਤਮ ਕਰੀਏ। ਇਸ ਕਰਕੇ ਹੈਗਾ ਕਿ ਪੁਲਿਸ ਨੇ ਜ਼ੋਰ ਲਾ ਲਿਆ ਹੱਦ ਤੱਕ, ਔਰ ਉਦੋਂ ਪਹਿਲੋਂ ਸਰਕਾਰਾਂ ਜਿਹੜੀਆਂ ਆਈਆਂ ਉਹਨਾਂ ਵੀ ਪੂਰੇ ਸਿਰ ਤੱਕ ਜ਼ੋਰ ਲਾ ਲਿਆ ਨਸ਼ਾ ਰੋਕਣ ਲਈ, ਲੋਕਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਣ ਲਈ। ਪਤਾ ਨਹੀਂ ਐਲਾਨਨਾਮੇ ਹੋਏ ਆ, ਚਾਹੇ ਜਾਂ ਉਹ ਕਰਨਾ ਨਹੀਂ ਸੀ ਚਾਹ ਰਹੇ, ਜਾਂ ਕੀਤਾ ਤਾਂ ਉਹਨਾਂ ਕੋ ਉਹ ਕੋਸ਼ਿਸ਼ ਜਿਹੜੀ ਆ ਸਫਲ ਨਹੀਂ ਹੋਈ। ਹੁਣ ਜਿਹੜੇ ਅਸੀਂ ਪੁਲਿਸ ਅਫਸਰਾਂ ਦੀ ਗੱਲ ਕਰਦੇ ਹਾਂ, ਕੁਝ ਤਾਂ ਬੜੇ ਦਿਆਨਤਦਾਰ ਇਮਾਨਦਾਰ ਨੇ, ਉਹਨਾਂ ਨੇ ਕੰਮ ਕੀਤਾ ਜੀ, ਔਰ ਉਹਨਾਂ ਨੇ ਸਰਚ ਕੀਤੀ ਆ। ਜਿੱਦਾਂ ਮੁਕਤਸਰ ਦੇ ਵਿੱਚ ਉੱਥੇ ਜਿੰਨੇ ਵੀ SSP ਨੇ ਜਾਂ SSP ਤੇ ਕੀ ਹੁੰਦਾ, ਬਾਕੀ ਅਫਸਰ ਨੇ ਸਾਰੇ ਬਸ ਉੱਥੇ ਮਿਸਟਰ ਗਿੱਲ ਨੇ, ਉਹਨਾਂ ਨੇ ਕੰਮ ਕੀਤਾ ਔਰ ਲੋਕਾਂ ਦੀ ਇੱਕ ਘਰ ਦੀ ਤਲਾਸ਼ੀ ਲਈ ਔਰ ਕੰਮ ਕੀਤਾ ਉਹਨਾਂ ਨੇ। ਇਸੇ ਤਰ੍ਹਾਂ ਸਾਰੇ ਘਰਾਂ 'ਚ ਗਿਆ, ਪਰ ਕਿਸੇ ਪਾਸੇ ਕਈ ਅਫਸਰਾਂ ਦਾ ਨਾਮ ਹੀ ਲੱਗਦਾ ਕਿ ਉਹ ਤਸਕਰੀ ਵੀ ਕਰਦੇ ਆ ਤੇ ਖਾਂਦੇ ਵੀ ਆ, ਔਰ ਉਹਨਾਂ ਦੀਆਂ ਵੀਡੀਓ ਵੀ ਜ਼ਾਹਰ ਹੋ ਗਈਆਂ। ਔਰ ਇਹ ਪੁਲਿਸ ਦਾ ਰੋਲ ਹੈ ਇੰਪਲੀਮੈਂਟ, ਚਾਹੇ ਜਿਹੜੀ ਸਰਕਾਰ ਕਈ ਤਰ੍ਹਾਂ ਦੇ ਐਲਾਨ ਕਰਦੇ, ਉਹਨਾਂ ਨੂੰ ਇੰਪਲੀਮੈਂਟ ਕਰਨਾ, ਉਹਨੂੰ ਸੁਧਾਰਨਾ ਪੁਲਿਸ ਦੇ ਹੱਥ ਪਾਸ ਹੁੰਦਾ, ਸਰਕਾਰੀ ਮਹਿਕਮੇ ਦੇ ਹੱਥ ਪਾਸ ਹੁੰਦਾ, ਉਹ ਸਾਰਿਆਂ ਨੇ ਉਹਨਾਂ ਨੂੰ ਰੋਕਣਾ ਹੁੰਦਾ। ਹੁਣ ਇਸ ਵੇਲੇ ਝੰਡਾ ਬਰਦਾਰ ਕੀਤਾ ਹੈਗਾ ਲੋਕਾਂ ਨੇ, ਜਿਹਦੇ 'ਚ ਧਾਰਮਿਕ ਏਜੰਸੀਆਂ ਵੀ ਆ ਗਈਆਂ, HPC ਨੇ ਵੀ ਕੰਮ ਕੀਤਾ, ਉਹਦੇ ਵਿੱਚ ਹੋਰ ਏਜੰਸੀਆਂ ਵੀ ਆ ਗਈਆਂ ਔਰ NGO ਏਜੰਸੀਆਂ ਆ ਗਈਆਂ। ਔਰ ਪਿੰਡਾਂ ਦੇ ਲੋਕ ਜਿਹੜੇ, ਖਾਸ ਕਰਕੇ ਮਾਲਵੇ ਦੇ ਲੋਕ ਜਿਹੜੇ ਇਕੱਠੇ ਹੋ ਗਏ, ਮਾਲਵੇ 'ਚ ਨਸ਼ਾ ਦੀ ਜਿਹੜੀ ਜ਼ਿਆਦਾ ਪੜਤ ਹੈਗੀ, ਜ਼ਿਆਦਾ ਲੋਕ ਖਾ ਰਹੇ ਆ। ਮਾਨਸਾ ਦਾ ਏਰੀਆ, ਬਠਿੰਡੇ ਦਾ ਏਰੀਆ ਔਰ ਉਹਦੇ ਵਿੱਚ ਤੇ ਮਾਝਾ ਇਹ ਹੈਗਾ। ਦੁਆਬਾ ਇਸ ਕਰਕੇ ਬਚਿਆ, ਇੱਥੇ ਜਵਾਨ ਹੀ ਬਹੁਤ ਥੋੜ੍ਹੇ ਹੈਗੇ, ਜਵਾਨ ਤਾਂ ਬਾਹਰਲੇ ਦੇਸ਼ਾਂ 'ਚ ਬੈਠੇ ਆ, ਔਰ ਇਸ ਕਰਕੇ ਵੀ ਹੈਗਾ। ਔਰ ਕੁਝ ਜਿਹੜੇ ਹੈਗੇ ਉਹ ਵਿਆਹ ਕਰਾ ਕੇ ਨਿਕਲ ਗਿਆ, ਕੁਝ ਇੱਥੇ ਬੈਠੇ, ਇੱਥੇ ਬਜ਼ੁਰਗ ਬੈਠੇ ਉਹ ਸਿਆਣੇ ਆ। ਇਸ ਕਰਕੇ ਸਾਡੇ ਦੋ ਖਿੱਤੇ ਇਸ ਤੋਂ ਪ੍ਰਭਾਵਿਤ ਹੈ। ਉਹਨਾਂ ਨੂੰ ਬਚਾਉਣ ਲਈ ਧਾਰਮਿਕ ਏਜੰਸੀਆਂ, ਉਹਨਾਂ ਨੂੰ ਬਚਾਉਣ ਲਈ ਲੋਕ, ਪੰਚਾਇਤਾਂ ਇਕੱਠੇ ਹੋ ਗਏ ਆ। ਔਰ ਮੇਰਾ ਖਿਆਲ ਹੈ ਇਹਦਾ ਸਿੱਟਾ ਜਿਹੜਾ ਬਿਲਕੁਲ ਸਫਲ ਨਿਕਲੂਗਾ ਔਰ ਲੋਕਾਂ ਨੂੰ ਰੋਕਣ ਵਿੱਚ ਵੀ ਕਾਮਯਾਬ ਹੋਣਗੇ ਔਰ ਉਹਦੇ 'ਚ ਤਰਲਾ ਮਿੰਨਤ ਵੀ ਕਰ ਸਕਦੇ ਆ। ਜਿਹੜੇ ਇਹਨਾਂ ਨੇ ਕੇਂਦਰ ਖੋਲ੍ਹੇ ਸੀ, ਸਰਕਾਰੀ ਕੇਂਦਰ ਵੀ ਹੈਗੇ ਆ ਨਸ਼ਾ ਛੁਡਾਊ ਕੇਂਦਰ, ਉਹਨਾਂ ਦੀ ਕੋਈ ਇਸ ਵੇਲੇ ਜਿਹੜੀ ਆ ਵੱਟੀ ਨਹੀਂ ਗਈ, ਉਹਨਾਂ ਨੇ ਕੋਈ ਸਕਸੈਸਫੁਲ ਕੰਮ ਨਹੀਂ ਕੀਤਾ। ਲੋਕ ਉਹਦੇ ਵਿੱਚੋਂ ਪਰੇਸ਼ਾਨ ਹੋ ਕੇ ਨਿਕਲੇ ਔਰ ਕਈ ਪ੍ਰਾਈਵੇਟ ਆ, ਕਈ NGO ਨੇ ਖੋਲ੍ਹੇ ਆ, ਕੋਈ ਸਰਕਾਰ ਦੇ ਹੈਗੇ ਆ ਔਰ ਉਹਨਾਂ ਵਿੱਚ ਕੋਈ ਵੀ ਤਰ੍ਹਾਂ ਦਾ ਜਿਹੜਾ ਹੈਗਾ ਕਨਕਲੂਜਨ ਜਿਹੜਾ ਹੋਇਆ ਵਾ ਬਿਲਕੁਲ ਬੇਸਿੱਟਾ ਨਿਕਲਿਆ। ਸੋ ਸਾਡਾ ਕਨਕਲੂਜਨ ਇਹ ਨਿਕਲਿਆ ਕਿ ਅਸੀਂ ਆਪਣੇ ਸਾਰੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਜੀ ਔਰ ਜੋ ਪਬਲਿਕ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਈ। ਹੁਣ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚਣੀ ਚਾਹੀਦੀ ਆ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਹਾਂਜੀ ਆਗਿਆ ਲਓ ਜੀ, ਸਤਿ ਸ੍ਰੀ ਅਕਾਲ।